ਜੇ ਤੁਸੀਂ ਕੰਮ ਕੀਤੇ ਤੋਂ ਬਿਨਾਂ ਹੀ ਸਿਰਫ ਐਲਾਨਾਂ ਦੇ ਨਾਂ ਤੇ ਤੁਸੀਂ ਆਪਣੇ ਵਾਹਵਾ ਖੱਟਣੀ ਚਾਹੁੰਦੇ ਹੋ ਤੇ ਉਸ ਦੀ ਵੇਟੇਜ ਹਾਸਲ ਕਰਨੀ ਚਾਹੁੰਦੇ ਹੋ ਤੇ ਫਿਰ ਭਾਈ ਰੱਬ ਰਾਖਾ ਹੈ ਤੁਹਾਡਾ। 1 ਮਹੀਨੇ ਦਾ ਰਿਪੋਰਟ ਕਾਰਡ ਜਿਹੜਾ ਸਰਕਾਰ ਨੇ ਇੰਨੇ ਜ਼ੋਰਦਾਰ ਤਰੀਕੇ ਨਾਲ ਛਾਪਿਆ, ਇਸ ਸਾਰੇ ਨੁਕਤਿਆਂ ਦੇ ਵਿੱਚ ਜਿੰਨੇ ਉਹਨਾਂ ਨੇ ਗਿਣਵਾਏ ਨੇ, ਮੈਨੂੰ ਤੇ ਨਹੀਂ ਦੱਸਿਆ ਕਿ ਕਿਤੇ ਸਕੂਲਾਂ ਤੇ ਹਸਪਤਾਲਾਂ ਦੀ ਕੋਈ ਗੱਲ ਕੀਤੀ ਗਈ ਹੋਵੇ। ਜਿਨ੍ਹਾਂ ਮੁੱਦਿਆਂ ਤੇ ਚੋਣ ਲੜੀ ਹੈ ਉਹਨਾਂ ਮੁੱਦਿਆਂ ਦੀ ਗੱਲ ਜਿਹੜੀ ਆ ਕੀਤੀ ਜਾਵੇ। ਔਰ ਹੈਰਾਨੀ ਦੀ ਗੱਲ ਇਹ ਆ ਕਿ ਇਸ ਮਾਰਕਿਆਂ ਦੇ ਵਿੱਚ 300 ਯੂਨਿਟ ਵਾਲਾ ਮਸਲਾ ਉਹ ਡਿਸਕਸ ਨਹੀਂ ਕੀਤਾ ਗਿਆ। ਜਿਹੜੀ ਸਥਿਤੀ ਹੈ 300 ਯੂਨਿਟ ਦੇ ਮਾਮਲੇ ਤੇ ਸਰਕਾਰ ਪਹਿਲਾਂ ਤਾਂ ਉਹਨਾਂ ਨੂੰ ਐਲਾਨ ਕਰਨਾ ਪੈ ਗਿਆ, ਕੀਤਾ ਨਹੀਂ, ਇਹ ਵਾਰ-ਵਾਰ ਯਾਦ ਕਰਕੇ ਕਰਵਾਇਆ ਗਿਆ। 300 ਯੂਨਿਟ ਮੁਆਫ ਕਰਨ ਵਾਲੀ ਗੱਲ ਮੈਨੂੰ ਤਾਂ ਨਹੀਂ ਇਸ ਬਾਰੇ ਪਤਾ। ਸਹੀ ਮਾਇਨੇ ਦੇ ਵਿੱਚ ਜੇ ਮੈਨੂੰ ਕੋਈ ਅੱਜ ਸਵਾਲ ਪੁੱਛੇ ਕਿ ਭਾਈ ਇਹ 300 ਯੂਨਿਟ ਕਿਵੇਂ ਮਾਫ ਹੋਣਗੇ, ਕੋਈ ਨੀਤੀ ਇਹੋ ਜਿਹੀ ਬਣਾਉਣੀ ਹੈ ਜਿਸ ਦਾ ਫਾਇਦਾ ਸਾਰਿਆਂ ਨੂੰ ਹੋਵੇ ਤੇ ਸਰਕਾਰੀ ਕੰਮਕਾਜ ਵੀ ਚੱਲਦਾ ਰਹੇ। ਸਰਕਾਰ ਨੇ ਹੁਣ ਇੱਕ ਵਾਅਦਾ ਤੇ ਕੀਤਾ ਹੋਇਆ, ਪਰ ਬਦਕਿਸਮਤੀ ਦੀ ਗੱਲ ਇਸ ਵਿੱਚੋਂ ਇਹ ਭਾਸ ਰਹੀ ਹੈ ਕਿ ਸਰਕਾਰ ਨੇ ਇਸ ਮਾਮਲੇ ਤੇ ਤਿਆਰੀ ਨਹੀਂ ਸੀ ਕੀਤੀ ਹੋਈ। ਕੋਲੇ ਦੇ ਭੰਡਾਰ ਬਹੁਤੇ ਨਹੀਂ ਹੈ, ਪੰਜਾਬ ਦੇ ਕਈ ਥਰਮਲ ਬੰਦ ਨੇ ਤੇ ਪੰਜਾਬ ਦੇ ਵਿੱਚ ਗੰਭੀਰ ਬਿਜਲੀ ਸੰਕਟ ਜਿਹੜਾ ਹੈ ਸਿਰ ਤੇ ਮੰਡਰਾ ਰਿਹਾ। ਜਿੱਥੇ ਅੱਜ ਕੋਈ ਇੱਕ ਦਵਾਨੀ ਨਹੀਂ ਛੱਡ ਕੇ ਰਾਜੀ ਔਰ ਕਿਸੇ ਦੀ ਖਾਸ ਤੌਰ ਤੇ ਜਿਹੜੇ ਇਸ ਲੈਵਲ ਤੇ ਪਹੁੰਚੇ ਹੋਏ ਲੋਕ ਨੇ ਉਹਨਾਂ ਨੂੰ ਬਹੁਤ ਘੱਟ ਵੇਖਿਆ ਜਾਂਦਾ ਹੈ। ਸੈਟਿਸਫੈਕਸ਼ਨ ਲੈਵਲ ਹਰਭਜਨ ਸਿੰਘ ਕੋਲ ਭੱਜੀ ਕੋਲ ਹੈ। ਜਿੰਨੀ ਬੇਬਾਕੀ ਨਾਲ ਉਹਨਾਂ ਨੇ ਕ੍ਰਿਕਟ ਖੇਡੀ ਹੈ, ਸਾਹਮਣੇ ਹਿੱਕ ਤਾਣ ਕੇ ਖਲੋਏ ਨੇ। ਪੰਜਾਬ ਦੇ ਮਸਲਿਆਂ ਦੀ ਗੱਲ ਜ਼ਰੂਰ ਕਰਨਗੇ ਰਾਜ ਸਭਾ ਦੇ ਵਿੱਚ। ਗੌਰਮੈਂਟ ਸਕੂਲਾਂ ਦੇ ਨਾਂ ਤੇ ਜੋ ਸਬਜੈਕਟ ਦੇ ਤੌਰ ਤੇ ਜੋ ਪੜ੍ਹਾਈ ਜਾਂਦੀ ਪੰਜਾਬੀ, ਉਹ ਸਿਰਫ ਨਾਂ ਮਾਤਰ ਹੈ। ਪ੍ਰਸ਼ਾਂਤ ਕਿਸ਼ੋਰ ਜਿਹੜੀ ਗੱਲ ਕਰਦੇ ਨੇ, ਭਾਜਪਾ ਪਿਛਲੀਆਂ ਪਾਰਟੀਆਂ ਵਾਂਗ ਨਹੀਂ ਹੈ ਕਿ ਜਨਤਾ ਦਲ ਵਾਂਗ ਆ ਗਈ ਤੇ ਚਲ ਗਈ। ਭਾਜਪਾ ਇੱਥੇ ਰਹੇਗੀ। ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਜਿੱਤਣਾ ਤੇ ਛੱਡ ਦਿਓ ਇੱਕ ਪਾਸੇ। ਯੂਪੀ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਵੀ ਪ੍ਰਿਅੰਕਾ ਜਾਂ ਕਾਂਗਰਸ ਕੁਝ ਨਹੀਂ ਕਰ ਸਕੇਗੀ ਤੇ ਪ੍ਰਸ਼ਾਂਤ ਕਿਸ਼ੋਰ ਦੀ ਇਹ ਗੱਲ ਬਿਲਕੁਲ ਸਹੀ ਸਾਬਤ ਹੋਈ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਪੰਜਾਬ ਸਰਕਾਰ ਨੇ, ਭਗਵੰਤ ਮਾਨ ਸਰਕਾਰ ਨੇ ਵੱਡਾ ਐਲਾਨ ਕੀਤਾ ਆ। ਉਹਨਾਂ ਨੇ ਵੋਟਾਂ ਤੋਂ ਪਹਿਲਾਂ ਕਿਹਾ ਸੀ ਕਿ 300 ਯੂਨਿਟ ਬਿਜਲੀ ਹਰੇਕ ਨੂੰ ਦੇਵਾਂਗੇ, ਹਰ ਕੋਈ ਧਰਮ ਨਹੀਂ ਦੇਖਿਆ ਜਾਊਗਾ, ਕੋਈ ਜਾਤ ਪਾਤ ਨਹੀਂ ਦੇਖੀ ਜਾਊਗੀ। ਤੇ ਅੱਜ ਉਹਨਾਂ ਨੇ ਐਲਾਨ ਕੀਤਾ ਕਿ 300 ਯੂਨਿਟ ਬਿਜਲੀ ਮਾਫ ਕੀਤੀ ਜਾਊਗੀ ਤੇ ਐਡਾ ਵੱਡਾ ਰਿਪੋਰਟ ਕਾਰਡ ਵੀ ਉਹਨਾਂ ਨੇ ਅਖਬਾਰਾਂ 'ਚ ਛਪਾਇਆ ਆ। ਉਸ ਬਾਬਤ ਸਾਰੀ ਗੱਲਬਾਤ ਕਰਾਂਗੇ। 1 ਮਹੀਨੇ ਦੀ ਕਾਰਗੁਜ਼ਾਰੀ ਸਰਕਾਰ ਦੀ ਪੂਰੀ ਤਫਸੀਲ ਦੇ ਨਾਲ ਤੁਹਾਨੂੰ ਦੱਸਾਂਗੇ। ਇਸ ਤੋਂ ਇਲਾਵਾ ਜਥੇਦਾਰ ਇਕਬਾਲ ਸਿੰਘ ਦੀ ਪੱਗ ਲੱਥ ਗਈ ਸੀ ਕੱਲ, ਕੀ ਹੈ ਉਹਦੇ ਪਿਛਲੀ ਪੂਰੀ ਕਹਾਣੀ, ਉਹ ਵੀ ਤੁਹਾਨੂੰ ਦੱਸਾਂਗੇ। ਤੇ ਹਿੰਦੀ ਬੋਲੀ ਦੀ ਮਕਬੂਲੀਅਤ ਦੀ ਵੀ ਗੱਲ ਕਰਾਂਗੇ। ਜ਼ਿਕਰ ਕਰਾਂਗੇ ਕਿ ਕਿਤੇ ਹਿੰਦੀ ਬੋਲੀ ਬਾਕੀ ਬੋਲੀਆਂ ਨੂੰ ਖਾ ਹੀ ਨਾ ਜਾਵੇ। ਇਹ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਆਪਣੇ ਐਕਸਪਰਟ ਕੁਲਦੀਪ ਸਿੰਘ ਹੀਰ ਜੀ ਕੋਲੋਂ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਵਲੀਨ। ਕੁਲਦੀਪ ਜੀ, ਸ਼ੁਰੂਆਤ ਪ੍ਰੋਗਰਾਮ ਦੀ ਅੱਜ ਦੀ ਸਭ ਤੋਂ ਵੱਡੀ ਖਬਰ ਤੋਂ ਕਰਦੇ ਹਾਂ। ਮਾਨ ਸਰਕਾਰ ਨੇ ਆਪਣਾ ਰਿਪੋਰਟ ਕਾਰਡ ਦਿੱਤਾ। ਦੁਨੀਆ ਦੀ ਕੋਈ ਅਖਬਾਰ ਨਹੀਂ ਜਿਹਦੇ ਤੇ ਉਹ ਇਸ਼ਤਿਹਾਰ ਨਹੀਂ ਲੱਗਾ। ਕੀ ਕਹਿਣਾ ਚਾਹੁੰਦੇ ਹੋ? ਠੀਕ ਹੈ ਤੁਹਾਡੀ ਗੱਲ। ਪੰਜਾਬ ਦੀ ਤੇ ਘੱਟੋ ਘੱਟ ਕੋਈ ਅਖਬਾਰ ਸ਼ਾਇਦ ਨਹੀਂ ਹੈ ਜਿਸ ਤੇ ਉਹ ਇਸ਼ਤਿਹਾਰ ਨਾ ਲੱਗਾ ਹੋਵੇ। ਸ਼ਾਇਦ ਕੋਈ ਇੱਕ ਦੀ ਰਹਿ ਵੀ ਗਈ ਹੋਵੇ। ਅੰਗਰੇਜ਼ੀ ਅਖਬਾਰਾਂ ਤੇ ਵੀ ਲੱਗਿਆ ਜੀ। ਅੰਗਰੇਜ਼ੀ ਅਖਬਾਰਾਂ ਤੇ ਵੀ ਲੱਗਾ ਹੈ। ਤੇ ਮੈਂ ਦਰਸ਼ਕਾਂ ਨੂੰ ਦਰਸ਼ਨ ਹੀ ਕਰਾਉਣਾ ਜਿਹੜੇ ਸਾਡੇ ਵਿਦੇਸ਼ਾਂ ਵਿੱਚ ਬੈਠੇ ਹੋਏ ਨੇ ਕਿ ਇਸ ਤਰ੍ਹਾਂ ਦੇ ਰਿਪੋਰਟ ਕਾਰਡ ਜਿਹੜੇ ਨੇ ਅੱਜ ਦੇ, ਅੰਗਰੇਜ਼ੀ ਦੀ ਅਖਬਾਰ ਤੇ ਅੰਗਰੇਜ਼ੀ ਵਿੱਚ, ਪੰਜਾਬੀ ਦੀ ਅਖਬਾਰ ਤੇ ਪੰਜਾਬੀ ਦੇ ਵਿੱਚ, ਇਸ ਤਰ੍ਹਾਂ ਉਹ ਪੂਰੇ ਦਾ ਪੂਰਾ ਕੰਪਲੀਟ ਸਫਾ ਜਿਹੜਾ ਹੈ ਰੰਗਦਾਰ ਜਿਹੜਾ ਉਹ ਲਗਾਇਆ ਗਿਆ, ਕਿਸੇ ਦੇ ਫਰੰਟ ਦੇ ਵਿੱਚ ਤੇ ਕਿਸੇ ਦੇ ਅਖਬਾਰ ਦੇ ਅੰਦਰਲੇ ਪਾਸੇ। ਹੁਣ ਗੱਲ ਇਹ ਹੈ ਕਿ ਅਸੀਂ ਇਹਨਾਂ ਗੱਲਾਂ ਦੇ ਬਾਬਤ ਪਹਿਲਾਂ ਤੋਂ ਪਿਛਲੀਆਂ ਸਰਕਾਰਾਂ ਨੂੰ ਵਰਜਦੇ ਆ ਰਹੇ ਹਾਂ ਕਿ ਠੀਕ ਹੈ ਤੁਸੀਂ ਆਪਣਾ ਕੰਮ ਕਰਦੇ ਹੋ, ਕਰੀ ਜਾਓ, ਪਰ ਜੇ ਤੁਸੀਂ ਕੰਮ ਕੀਤੇ ਤੋਂ ਬਿਨਾਂ ਹੀ ਸਿਰਫ ਐਲਾਨਾਂ ਦੇ ਨਾਂ ਤੇ ਤੁਸੀਂ ਆਪਣੇ ਵਾਹਵਾ ਖੱਟਣੀ ਚਾਹੁੰਦੇ ਹੋ ਤੇ ਉਸ ਦੀ ਵੇਟੇਜ ਹਾਸਲ ਕਰਨੀ ਚਾਹੁੰਦੇ ਹੋ ਤੇ ਫਿਰ ਭਾਈ ਰੱਬ ਰਾਖਾ ਹੈ ਤੁਹਾਡਾ। ਹੁਣ ਗੱਲ ਇਹ ਹੈ ਕਿ ਹਿਮਾਚਲ ਦੇ ਵਿੱਚ ਵੀ ਚੋਣਾਂ ਨੇ, ਗੁਜਰਾਤ ਵਿੱਚ ਵੀ ਨੇ ਤੇ ਹੋਰ ਵੀ ਕਈ ਸੂਬਿਆਂ 'ਚ ਹੋਣਗੀਆਂ ਆਉਣ ਵਾਲੇ ਸਮੇਂ 'ਚ। ਹਿਮਾਚਲ ਦੇ ਵਿੱਚ ਵੀ ਰੋਡ ਸ਼ੋਅ ਹੋ ਗਿਆ ਤੇ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਹੋ ਚੁੱਕਾ ਹੈ। ਉੱਥੇ ਨਜ਼ਰ ਹੈ ਜ਼ਿਆਦਾ ਉਸ ਚੀਜ਼ ਨੂੰ ਅੱਗੇ ਰੱਖ ਕੇ, ਜਿਵੇਂ ਪੰਜਾਬ ਦੇ ਵਿੱਚ ਲੋਕਾਂ ਨੂੰ ਆਖਿਆ ਗਿਆ ਕਿ ਦਿੱਲੀ ਦੀਆਂ ਸਿਹਤ ਤੇ ਜਿਹੜੀ ਸਿੱਖਿਆ ਦੀਆਂ ਸੇਵਾਵਾਂ ਆ, ਸਹੂਲਤਾਂ ਆ, ਉਹਨਾਂ ਦਾ ਮਾਡਲ ਪੰਜਾਬ ਵਿੱਚ ਲੱਗੇਗਾ ਤੇ ਉਸੇ ਤਰਜ਼ ਤੇ ਪੰਜਾਬ ਦੇ ਸਕੂਲ ਤੇ ਹਸਪਤਾਲਾਂ ਦੀ ਕਾਇਆ ਕਲਪ
ਕੀਤੀ ਜਾਵੇਗੀ। ਜੇ 1 ਮਹੀਨੇ ਦਾ ਰਿਪੋਰਟ ਕਾਰਡ ਜਿਹੜਾ ਸਰਕਾਰ ਨੇ ਇੰਨੇ ਜ਼ੋਰਦਾਰ ਤਰੀਕੇ ਨਾਲ ਛਾਪਿਆ, ਇਸ ਸਾਰੇ ਨੁਕਤਿਆਂ ਦੇ ਵਿੱਚ ਜਿੰਨੇ ਉਹਨਾਂ ਨੇ ਗਿਣਵਾਏ ਨੇ, ਮੈਨੂੰ ਤੇ ਨਹੀਂ ਦੱਸਿਆ ਕਿ ਕਿਤੇ ਸਕੂਲਾਂ ਤੇ ਹਸਪਤਾਲਾਂ ਦੀ ਕੋਈ ਗੱਲ ਕੀਤੀ ਗਈ ਹੋਵੇ। ਤੁਸੀਂ ਦੇਖਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਜੀ। ਜਿਨ੍ਹਾਂ ਗੱਲਾਂ ਤੇ ਸਭ ਤੋਂ ਵੱਧ ਜਿਹੜਾ ਸੀ ਰੌਲਾ ਪਾਇਆ ਜਾਂਦਾ ਸੀ ਸ਼ੁਰੂਆਤੀ ਦੌਰ ਦੇ ਵਿੱਚ ਜਾਂ ਪਿਛਲੇ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ, ਬੇਅਦਬੀ ਕਾਂਡ ਹੈ, ਰੇਤਾ ਹੈ, ਟਰਾਂਸਪੋਰਟ ਹੈ, ਕੇਬਲ ਹੈ ਜੀ, ਉਹਨਾਂ ਦਾ ਇਹਦੇ ਵਿੱਚ ਨਾਮੋ ਨਿਸ਼ਾਨ ਨਹੀਂ ਹੈ। ਹੁਣ ਪੜ੍ਹ ਕੇ ਸੁਣਾਉਂਦੇ ਆ ਕਿ ਇਸ ਦੇ ਵਿੱਚ ਕੀ ਕੀ ਹੈ। ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਨਾ ਵਧਾਉਣ ਦੇ ਨਿਰਦੇਸ਼ ਤੇ ਨਿਰਦੇਸ਼ ਹੈ ਕਿ ਸਕੂਲਾਂ ਵਾਲਿਆਂ ਨੇ ਫੀਸਾਂ ਨਾ ਵਧਾਉਣ ਦਾ ਜਿਹੜਾ ਫੈਸਲਾ ਸਰਕਾਰ ਦਾ ਮੰਨ ਲਿਆ। ਪਿਛਲੀਆਂ ਸਰਕਾਰਾਂ ਨੇ ਵੀ ਕਈ ਨਿਰਦੇਸ਼ ਦਿੱਤੇ ਹੋਏ ਸੀ ਕਿ ਫਲਾਂ ਜਮਾਤ ਤੱਕ ਭਾਵੇਂ ਉਹ CBSE ਦਾ ਹੋਵੇ, ਭਾਵੇਂ ICSE ਦਾ ਹੋਵੇ, ਪੰਜਾਬੀ ਪੜ੍ਹਾਉਣੀ ਹੈ ਭਾਈ, ਤੇ ਪੰਜਾਬੀ ਲੋਕ ਛਿਪ ਕੇ ਪੜ੍ਹਾ ਦਿੱਤੀ ਜਾਂਦੀ ਸੀ। ਵਾਧੂ ਜਿਹਾ ਸਬਜੈਕਟ ਰੱਖ ਕੇ ਕਿਸੇ ਨੂੰ ਪੜ੍ਹਾ ਦਿੱਤੀ, ਕਿਸੇ ਨੂੰ ਨਾ ਪੜ੍ਹਾਈ। ਉਸੇ ਤਰ੍ਹਾਂ ਦਾ ਨਿਰਦੇਸ਼ ਇਹ ਸਾਬਤ ਹੋਣ ਵਾਲਾ ਜਿੰਨੀ ਦੇਰ ਤੱਕ ਉਸ 'ਤੇ ਅਮਲੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਨਹੀਂ ਜਾਂਦੀ। ਕਿ ਜਿਹੜੇ ਸਕੂਲਾਂ ਨੂੰ ਕਿਹਾ ਕਿ ਤੁਸੀਂ ਫੀਸਾਂ ਨਾ ਵਧਾਓ, ਉਹ ਹੋਰ ਕੋਈ ਫੀਸ ਵਧਾ ਦੇਣਗੇ, ਟਰਾਂਸਪੋਰਟੇਸ਼ਨ ਵਧਾ ਦੇਣਗੇ ਕਿ ਡੀਜ਼ਲ ਦੀ ਕੀਮਤ ਵੱਧ ਗਈ ਹੈ, ਕਿਤਾਬਾਂ ਕਾਪੀਆਂ ਦੇ ਖਰਚੇ ਤੇ ਉਵੇਂ ਹੀ ਖਲੋਤੇ ਹੋਏ ਨੇ। ਤੇ ਠੀਕ ਹੈ, ਫਰਕ ਪਿਆ ਵੀ ਹੋਵੇਗਾ, ਪਰ ਇਹ ਸਭ ਤੋਂ ਜੇ ਇਹ ਦੇਖੋ ਨੁਕਤਿਆਂ ਦੇ ਵਿੱਚੋਂ ਸਭ ਤੋਂ ਉੱਪਰ ਪ੍ਰਮੁਖਤਾ ਨਾਲ ਇਹ ਲਿਖਿਆ ਗਿਆ ਹੈ ਤੇ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਗੇ ਕੀ ਹੋਵੇਗਾ। ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਅਤੇ SSP ਅਤੇ ਪੁਲਿਸ ਕਮਿਸ਼ਨਰਾਂ ਨੂੰ ਗੈਂਗਸਟਰਾਂ ਵਿਰੁੱਧ ਸਖਤ ਕਾਰਵਾਈ ਦੇ ਨਿਰਦੇਸ਼। ਇਹ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤੇ ਸੀ। ਉਹ ਟਾਸਕ ਫੋਰਸ ਦਾ ਨਾਂ ਹੋਰ ਸੀ ਤੇ ਇਹਨਾਂ ਨੇ ਨਾਂ ਬਦਲੀ ਕਰ ਦਿੱਤਾ। ਇਹ ਤਾਂ ਪਹਿਲੇ ਦਿਨ ਤੋਂ ਪਤਾ ਸੀ, ਲੇਕਿਨ ਅੱਜ ਤੱਕ ਕਿੰਨਿਆਂ ਨੂੰ ਫੜਨ ਦੇ ਵਿੱਚ ਤੇ ਕਿੰਨਿਆਂ ਤੇ ਕਾਮਯਾਬੀ ਜਿਹੜੀ ਹੈ ਜਾਂ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਕਿਸੇ ਮੁੱਖ ਧਾਰਾ ਵਿੱਚ ਲਿਆਉਣ ਦੀ ਕਿਸੇ ਕੋਸ਼ਿਸ਼ ਦੀ ਹੋਈ ਹੈ। ਜਦੋਂ ਵਿੱਕੀ ਗੌਂਡਰ ਨੂੰ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਸੀ ਪੰਜਾਬ ਪੁਲਿਸ ਨੂੰ। ਉਹ ਕਹਿ ਰਹੇ ਸੀ ਕਿ ਦੇਖੋ ਅਸੀਂ ਇਸ ਗੱਲ ਤੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਗੱਲ ਨੂੰ ਕਿ ਕੋਈ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹੋਣ, ਪਰ ਫਿਰ ਚੱਲਦੀਆਂ ਰਹੀਆਂ। ਚਲੋ ਅੱਗੇ ਚੱਲਦੇ ਹਾਂ। ਇਹ ਵੀ ਕਾਰਵਾਈ ਜਿਹੜੀ ਹੈ ਇੱਕ ਨਿਰਦੇਸ਼ਾਂ ਤੱਕ ਸੀਮਿਤ ਆ, ਅਜੇ ਇਸ ਵਿੱਚ ਕੋਈ ਅਮਲੀ ਰੂਪ ਨਜ਼ਰ ਨਹੀਂ ਆ ਰਿਹਾ ਜੀ। ਨਿਰੰਤਰ ਕੋਸ਼ਿਸ਼ਾਂ ਸਦਕਾ ਪੇਂਡੂ ਵਿਕਾਸ ਫੰਡ ਲਈ 1000 ਕਰੋੜ ਰੁਪਏ ਤੋਂ ਵੱਧ ਪ੍ਰਾਪਤ ਕੀਤੇ। ਇਹ ਉਹੀ ਸਿਵਲੀਅਨ ਫੰਡ ਹੈ ਜੋ ਦਿਹਾਤੀ ਵਿਕਾਸ ਫੰਡ ਹੈ, ਜੋ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਵਾਪਸ ਮੋੜਨਾ ਹੁੰਦਾ ਹੈ। ਪੰਜਾਬ ਦਾ ਅਧਿਕਾਰ ਹੁੰਦਾ ਹੈ। ਮੰਡੀ ਬੋਰਡ ਦੇ ਥਰੂ ਇਹ ਪੈਸੇ ਇਕੱਤਰ ਕੀਤੇ ਹੋਏ ਹੁੰਦੇ ਨੇ। ਮਾਰਕੀਟ ਫੀਸ ਤੇ ਹੋਰ ਕੋਈ ਫੀਸਾਂ ਹੁੰਦੀਆਂ ਨੇ, ਇੱਕ ਦੋ ਜੋ ਫਸਲਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਜੋ ਕੇਂਦਰ ਸਰਕਾਰ ਨੇ ਫੀਸਾਂ ਕੱਟੀਆਂ ਹੁੰਦੀਆਂ ਨੇ। ਇਹ 700-800 ਕਰੋੜ ਹੁੰਦਾ, ਕਈ ਵਾਰੀ 1000 ਕਰੋੜ ਤੱਕ ਉਹ ਕਹਿੰਦੇ ਨੇ ਕਿ ਸਾਨੂੰ ਮਿਲ ਗਿਆ। ਚਲੋ ਠੀਕ ਹੈ, ਉਹ ਮਿਲ ਗਿਆ। ਉਹ ਤੇ ਪਿਛਲਾ ਸਮੇਂ ਦਾ ਜਮ੍ਹਾਂ ਹੋਇਆ ਸੀ ਤੇ ਪਿਛਲੇ ਕੁਝ ਸਮੇਂ ਲਈ ਕੇਂਦਰ ਸਰਕਾਰ ਨੇ ਰੋਕੇ ਸੀ ਫੰਡ ਇੱਕ ਦੋ ਵਾਰੀ, ਫਿਰ ਤਕਰੀਬਨ ਬਰਾਬਰ ਮਿਲਦੇ ਰਹੇ ਨੇ। ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਦੀਆਂ ਤਸਵੀਰਾਂ ਲਾਉਣਾ, ਇਹ ਵੀ ਆਪਣੇ ਕੰਮਾਂ ਦੇ ਕਿਤਾਬਾਂ ਦੇ ਵਿੱਚ ਗਿਣਾਇਆ ਜਾ ਰਿਹਾ ਕਿ ਅਸੀਂ ਆਹ ਕੰਮ ਕੀਤਾ। ਠੀਕ ਹੈ, ਸ਼ਹੀਦ ਭਗਤ ਸਿੰਘ ਨੂੰ ਕੌਣ ਨਹੀਂ ਜਾਣਦਾ ਤੇ ਡਾਕਟਰ BR ਅੰਬੇਦਕਰ ਨੂੰ ਕੌਣ ਨਹੀਂ ਜਾਣਦਾ। ਜੇ ਗੱਲ ਕੋਈ ਕਰਨੀ ਹੈ ਤਾਂ ਉਹਨਾਂ ਦੇ ਨਾਂ ਤੇ ਕੋਈ ਇਹੋ ਜਿਹੀ ਸਕੀਮ ਚਲਾਈ ਜਾਵੇ ਜਿਸ ਤੋਂ ਲਾਹਾ ਪ੍ਰਾਪਤ ਕਰ ਸਕਣ। ਅੱਜ ਤੱਕ ਤੇ ਜਿਹੜਾ ਪ੍ਰਧਾਨ ਮੰਤਰੀ ਬਣਿਆ ਉਸਨੇ ਆਪਣੇ ਨਾਂ ਦੀਆਂ ਸਕੀਮਾਂ ਚਲਾ ਦਿੱਤੀਆਂ ਨੇ ਤੇ ਲੋਕਾਂ ਨੂੰ ਉਹੀ ਯਾਦ ਰਹਿ ਗਈਆਂ ਨੇ। ਇਹਨਾਂ ਲੋਕਾਂ ਨੂੰ ਤਾਂ ਕਿਸੇ ਨੇ ਯਾਦ ਨਾ ਰੱਖਿਆ। ਕਿਸਾਨਾਂ ਨੂੰ 101 ਕਰੋੜ ਰੁਪਏ ਦੀ ਵੱਧਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ। ਜੇ ਕੋਈ ਨੁਕਤਾ ਸਭ ਤੋਂ ਸਿਰਲੇਖ ਤੇ ਸਭ ਤੋਂ ਉੱਪਰ ਲਿਖਿਆ ਜਾ ਸਕਦਾ ਸੀ ਤੇ ਉਹ ਇਹ ਸੀ ਕਿ ਗੁਲਾਬੀ ਸੁੰਡੀ ਤੋਂ ਹੋਇਆ ਨੁਕਸਾਨ ਤੇ ਹੋਰ ਕੁਝ ਹੋਏ ਨੁਕਸਾਨਾਂ ਤੋਂ ਕਿਸਾਨਾਂ ਨੂੰ ਕੁਝ ਮੁਆਵਜ਼ਾ ਰਾਸ਼ੀਆਂ ਦਿੱਤੀਆਂ। ਇੱਕ ਵਿਧਾਇਕ ਇੱਕ ਪੈਨਸ਼ਨ, ਇਸ ਵਿੱਚ ਕੋਈ ਜ਼ੋਰ ਨਹੀਂ ਸੀ ਲੱਗਣਾ, ਇਹ ਸਿਰਫ ਆਰਡਰ ਹੀ ਦੇਣਾ ਸੀ ਤੇ ਉਸ ਤੋਂ ਕੁਛ ਸ਼ਾਇਦ ਕੁਛ 1% ਲੋਕ ਔਖੇ ਵੀ ਹੋਏ ਹੋਣ। ਤੇ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਆਪਣੀਆਂ ਸਾਰੀਆਂ ਪੈਨਸ਼ਨਾਂ ਛੱਡੀਆਂ। ਤੇ ਇਹ ਵੀ ਇਵੇਂ ਸਾਰੇ ਵਿਧਾਇਕਾਂ ਤੋਂ ਵਾਧੂ ਸੁਰੱਖਿਆ ਵਾਪਸ ਲਈ। ਇਹ ਵਧੀਆ ਫੈਸਲਾ ਹੈ। ਅਸੀਂ ਇਸ ਦਾ ਸਮਝਦੇ ਹਾਂ ਕਿ ਇਹ ਕਾਫੀ ਪਹਿਲਾਂ ਹੋਣਾ ਚਾਹੀਦਾ ਸੀ। ਤੇ ਜਿੰਨੀ ਸੁਰੱਖਿਆ ਦੀ ਲੋੜ ਹੈ, ਮੈਂ ਆਪਣੇ ਤੌਰ 'ਤੇ ਸਮਝਦਾ ਕਿ ਵਿਧਾਇਕਾਂ ਨੂੰ ਮੰਤਰੀਆਂ ਨੂੰ ਸੁਰੱਖਿਆ ਦੀ ਲੋੜ ਹੁੰਦੀ ਹੈ, ਕਿਉਂਕਿ ਉਹਨਾਂ ਨੇ ਵਿਚਰਨਾ ਹੈ ਹਰ ਥਾਂ। ਉਹਨਾਂ ਦੇ ਵਿਰੋਧੀ ਤੇ ਜਿਨ੍ਹਾਂ ਦੇ ਵਿਰੁੱਧ ਇਲੈਕਸ਼ਨਾਂ ਲੜੀਆਂ ਹੁੰਦੀਆਂ ਨੇ ਉਹ ਵੀ ਲੋਕ ਤੇ ਹੋਰ ਕਈ ਕਿਸਮ ਦੇ ਅਨਸਰ ਜਿਹੜੇ ਨੇ ਉਹਨਾਂ ਨਾਲ ਨਜਿੱਠਣਾ ਪੈਂਦਾ ਹੈ ਤੇ ਉਹਨਾਂ ਨੂੰ ਲੋੜ ਸੁਰੱਖਿਆ ਦੀ ਹੋ ਸਕਦੀ ਹੈ। ਹੁਣ 23 ਮਾਰਚ ਨੂੰ ਸ਼ਹੀਦੀ ਦਿਵਸ ਮੌਕੇ ਸਰਕਾਰੀ ਛੁੱਟੀ ਦਾ ਐਲਾਨ। ਮੈਂ ਤੇ ਇਸ ਗੱਲ ਨੂੰ ਕੋਈ ਜੋ ਮਾਰਕਿਆਂ ਦੇ ਵਿੱਚ ਗਿਣਨਾ ਹੋਵੇ ਤੇ ਮੈਂ ਗਿਣ ਨਹੀਂ ਸਕਦਾ। ਛੁੱਟੀ ਦਾ ਐਲਾਨ ਤੇ ਜਦੋਂ ਮਰਜ਼ੀ ਕਰ ਦਿਓ। ਛੁੱਟੀਆਂ ਦੇ ਅੱਗੇ ਹੀ ਬਹੁਤ ਨੇ ਇਸ ਮੁਲਕ ਦੇ ਵਿੱਚ ਤੇ ਛੁੱਟੀ ਨਾਲੋਂ ਜ਼ਿਆਦਾ ਤਾਂ ਇਹ ਹੈ ਕਿ ਚਲੋ ਕੋਈ ਹੋਰ ਕੰਮ ਕੀਤਾ ਜਾਂਦਾ। ਵਿਧਾਇਕਾਂ ਨੂੰ ਆਮ ਜਨਤਾ ਲਈ 24 ਘੰਟੇ 7 ਦਿਨ ਉਪਲਬਧ ਰਹਿਣ ਦੇ ਆਦੇਸ਼। ਇਹ ਵੀ ਸਿਰਫ ਆਦੇਸ਼ ਹੀ ਨੇ ਜੀ, ਅਜੇ ਤੱਕ ਆਦੇਸ਼ ਨੇ। 24 ਘੰਟੇ 7 ਦਿਨ ਕੌਣ ਉਪਲਬਧ ਰਹੇਗਾ ਇਹ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਮਹੀਨਿਆਂ 'ਚ ਪਤਾ ਲੱਗ ਜਾਵੇਗਾ। ਕਿਸਾਨਾਂ ਨੂੰ ਜਿਣਸ ਦੇ ਇੱਕ ਦਾਣੇ ਦੀ ਨਿਰਵਿਘਨ ਖਰੀਦ ਦਾ ਭਰੋਸਾ।
ਇੱਕ ਨਿਰਵਿਘਨ ਖਰੀਦ ਨਹੀਂ ਹੋ ਰਹੀ। ਭਰੋਸਾ ਹੈ ਖਰੀਦ ਨਿਰਵਿਘਨ ਨਹੀਂ ਹੋ ਰਹੀ ਹੈ ਖਰੀਦ, ਇਹ ਮੰਨਦੇ ਹਾਂ ਅਸੀਂ ਇਸ ਗੱਲ ਨੂੰ, ਕਿਉਂਕਿ ਕਣਕ ਦੀ ਡਿਮਾਂਡ ਬਹੁਤ ਹੈ। ਅਜੇ ਵੀ ਅੱਜ ਦੀ ਵੀ ਖਬਰ ਹੈ ਕਿ ਭਾਰਤ ਇੱਕ ਹੋਰ ਮੁਲਕ ਨੂੰ ਬਹੁਤ ਵੱਡੀ ਖੇਪ ਜਿਹੜੀ ਕਣਕ ਦੀ ਭੇਜਣ ਵਾਲਾ ਤੇ ਵੱਡੇ ਮੁੱਲ ਦੇ ਵਿੱਚ ਭਾਰਤ ਸਰਕਾਰ ਨੇ ਸੌਦਾ ਤੈਅ ਕੀਤਾ ਹੋਇਆ। ਦੁਨੀਆ ਦੇ ਵਿੱਚ ਕਣਕ ਦੀ ਘਾਟ ਥੋੜ੍ਹੀ ਜਿਹੀ ਪਾਈ ਜਾ ਰਹੀ ਹੈ ਤੇ ਕਣਕ ਦੇ ਨਾਂ ਤੇ ਭਾਰਤ ਸਰਕਾਰ ਜਿਹੜੀ ਹੈ ਉਹ ਕੁਝ ਨਾ ਕੁਝ ਵਿਦੇਸ਼ਾਂ ਦੇ ਵਿੱਚ ਆਪਣੀ ਧਾਕ ਜਮਾਉਣ ਦੇ ਵਿੱਚ ਲੱਗੀ ਹੋਈ ਹੈ। ਤੇ ਇਸ ਮਾਮਲੇ ਦੇ ਵਿੱਚ FCI ਜਿਵੇਂ ਪੰਜਾਬ ਦੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ ਤੇ ਸਾਈਲੋਜ਼ ਦਾ ਰੌਲਾ ਪੈ ਰਿਹਾ, ਉਸ ਮਾਮਲੇ ਵਿੱਚ ਨਿਰਵਿਘਨ ਖਰੀਦ ਨਹੀਂ ਹੋ ਰਹੀ। FCI ਦੀਆਂ ਸ਼ਰਤਾਂ ਅਜੇ ਤੱਕ ਬਹੁਤ ਸਖਤ ਨੇ, ਉਹ ਨਰਮ ਨਹੀਂ ਨੇ। ਇਸ ਗੱਲ ਨੂੰ ਸਮਝ ਲੈਣਾ ਚਾਹੀਦਾ। ਸਾਰੇ ਡਿਪਟੀ ਕਮਿਸ਼ਨਰਾਂ ਨੂੰ 1 ਮਹੀਨੇ ਦੇ ਅੰਦਰ ਮੁੜ ਵਸੇਬਾ ਕੇਂਦਰਾਂ ਨੂੰ ਅਪਗ੍ਰੇਡ ਕਰਨ ਦੇ ਨਿਰਦੇਸ਼। ਜੇ ਤੇ ਉਹਨਾਂ ਨੂੰ ਫੰਡਸ ਵੀ ਦਿੱਤੇ ਨੇ ਤੇ ਉਹਨਾਂ ਨੂੰ ਅਮਲਾ ਫੈਲਾ ਵੀ ਦਿੱਤਾ ਹੈ, ਫਿਰ ਤੇ ਅਪਗ੍ਰੇਡ ਕਰਨ ਦਾ ਫਾਇਦਾ ਹੈ, ਨਹੀਂ ਤੇ ਅਜੇ ਤੱਕ ਇਸ ਦਾ ਕੋਈ ਬਹੁਤਾ ਫਾਇਦਾ ਨਹੀਂ। ਐਂਟੀ ਕਰਪਸ਼ਨ ਐਕਸ਼ਨ ਲਾਈਨ ਦੀ ਸ਼ੁਰੂਆਤ ਤੇ 35,000 ਠੇਕਾ ਆਧਾਰਿਤ ਮੁਲਾਜ਼ਮ ਰੈਗੂਲਰ ਹੋਣਗੇ ਤੇ ਰਾਸ਼ਨ ਦੀ ਘਰਾਂ ਤੱਕ ਡਿਲੀਵਰੀ ਦਾ ਐਲਾਨ। ਇਹਨਾਂ ਵਿੱਚੋਂ ਬਹੁਤੇ ਐਲਾਨ ਨੇ, ਅਮਲੀ ਕਾਰਵਾਈ ਅਜੇ ਹੋਣੀ ਬਾਕੀ ਹੈ। ਪਰ ਮੈਂ ਆਪਣੇ ਆਪ ਦੇ ਵਿੱਚ ਸਮਝਦਾ ਕਿ ਭਾਵੇਂ ਦਿਖਾਵੇ ਲਈ ਕੀਤਾ ਹੋਵੇ ਜਾਂ ਵਿਰੋਧੀਆਂ ਨੂੰ ਦਿਖਾਉਣ ਲਈ ਦਰਸਾਉਣ ਲਈ ਕੀਤਾ ਹੋਵੇ, ਪਰ ਪੰਜਾਬ ਸਰਕਾਰ ਦੁਆਰਾ ਇੰਨੇ ਵੱਡੇ ਇਸ਼ਤਿਹਾਰ ਉਹ ਜਿਹੜੇ ਲੋਕਾਂ ਨੂੰ ਮਾਰ ਕੇ ਜਿਹੜੇ ਮਾਰੇ ਹੋਏ ਨੇ ਉਹ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਉਹ ਕੋਈ ਬਹੁਤੀ ਚੰਗੀ ਗੱਲ ਨਹੀਂ। ਇਸ ਨਾਲੋਂ ਵਧੀਆ ਹੈ ਕਿ ਕੰਮ ਬਹੁਤ ਜ਼ਿਆਦਾ ਕਰਨ ਵਾਲੇ ਨੇ ਉਹਨਾਂ ਤੇ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਜਾਵੇ। ਜਿਵੇਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਂ ਦੱਸਿਆ ਸੀ ਕਿ ਜਿਨ੍ਹਾਂ ਮੁੱਦਿਆਂ ਤੇ ਚੋਣ ਲੜੀ ਹੈ ਉਹਨਾਂ ਮੁੱਦਿਆਂ ਦੀ ਗੱਲ ਜਿਹੜੀ ਹੈ ਕੀਤੀ ਜਾਵੇ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਰਕਿਆਂ ਦੇ ਵਿੱਚ 300 ਯੂਨਿਟ ਵਾਲਾ ਮਸਲਾ ਉਹ ਡਿਸਕਸ ਨਹੀਂ ਕੀਤਾ ਗਿਆ ਤੇ ਜਿਹੜੇ ਮੈਂ ਹੋਰ ਕੇਬਲ ਰੇਤ ਫਲਾਨਾ ਜੇ ਉਹ ਹੋਰ ਵੀ ਸੀ ਅਮਨ ਕਾਨੂੰਨ ਦੀ ਸਥਿਤੀ, ਉਹਨਾਂ ਬਾਰੇ ਵੀ ਕੁਝ ਨਹੀਂ ਹੈ ਇਸ ਦੇ ਵਿੱਚ। ਪਰ ਪੰਜਾਬ ਸਰਕਾਰ ਨੇ 1 ਮਹੀਨਾ ਪੂਰਾ ਕਰ ਲਿਆ ਤੇ ਵਿਰੋਧੀ ਧਿਰਾਂ ਨੇ ਬਿਲਕੁਲ ਤੋਪਾਂ ਸਿੱਧੀਆਂ ਕੀਤੀਆਂ ਹੋਈਆਂ ਨੇ। ਕੁਝ ਸਾਡੇ ਜਿਹੜੇ ਨੇ ਸਿਆਸੀ ਧਿਰਾਂ ਭਾਵੇਂ ਉਹਨਾਂ ਨੇ ਰਾਜ ਕੀਤਾ ਹੋਇਆ, ਸਰਕਾਰਾਂ ਚਲਾਈਆਂ ਹੋਈਆਂ ਨੇ, ਬਿਲਕੁਲ ਖੂੰਜੇ ਨੁਕਰੇ ਲੱਗ ਗਏ ਸੀ। ਪਰ ਇਸ ਮਹੀਨੇ ਨੇ 1 ਮਹੀਨੇ ਦੇ ਸਮੇਂ ਨੇ, ਜਦੋਂ 10 ਮਾਰਚ ਨੂੰ ਨਤੀਜੇ ਆਏ ਸੀ ਤੇ ਫਿਰ 15-16 ਮਾਰਚ ਨੂੰ ਸਰਕਾਰ ਬਣੀ ਸੀ ਤੇ ਤਕਰੀਬਨ 1 ਮਹੀਨੇ ਦਾ ਸਮਾਂ ਹੋ ਗਿਆ, ਉਹਨਾਂ ਨੂੰ ਮੌਕਾ ਦੇ ਦਿੱਤਾ ਕਿ ਕੁਝ ਨਾ ਕੁਝ ਸਰਕਾਰ ਦੇ ਖਿਲਾਫ ਉਹ ਬੋਲਣ ਤੇ ਸਰਕਾਰ ਦੀ ਕਾਰਜਕਾਰੀ ਤੇ ਸਵਾਲ ਖੜੇ ਕਰਨ। ਪਰ ਅਜੇ ਵੀ ਮੈਂ ਸਮਝਦਾ ਕਿ ਵਿਰੋਧੀ ਧਿਰ ਬਹੁਤ ਕਮਜ਼ੋਰ ਹੈ, ਖਿਲਰੀ ਪਸਰੀ ਹੋਈ ਹੈ। ਅਕਾਲੀ ਦਲ ਬਿਲਕੁਲ ਖੁੰਝੇ ਲੱਗਾ ਪਿਆ, ਭਾਜਪਾ ਦੇ ਕੋਲ ਇੰਨੀ ਤਾਕਤ ਨਹੀਂ ਹੈ, ਨਾ ਅਕਾਲੀ ਦਲ ਕੋਲ ਹੈ। ਕਾਂਗਰਸ ਵਿਰੋਧੀ ਧਿਰ ਹੈ ਤੇ ਕਾਂਗਰਸ ਵਾਲੇ ਆਪ ਘਰੋਂ ਘਰ ਜਾ ਕੇ ਪ੍ਰਧਾਨ ਬਣਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਮੁੱਦਿਆਂ ਦੀ ਗੱਲ ਅਜੇ ਭਟਕੀ ਰਹੇਗੀ। ਤੁਸੀਂ ਕਹਿੰਦੇ ਵਿਰੋਧੀ ਧਿਰ ਕਮਜ਼ੋਰ ਹੈ, ਪਰ ਵਿਰੋਧੀ ਧਿਰ ਉਸ ਸਾਸਰਗੀ ਭੂਮਿਕਾ ਨਿਭਾਉਣ ਦੀ ਜਿਹੜੀ ਨਵੀਂ ਨੂੰਹ ਚ ਨਗੋਚਾਂ ਬਹੁਤ ਕੱਢਦੀਆਂ ਨੇ। ਗੱਲ ਇਹ ਆ ਜੀ, ਨਗੋਚਾਂ ਤੇ ਚਲੋ ਉਹ ਫਿਰ ਨਗੋਚਾਂ ਹੀ ਨੇ ਨਾ, ਉਹਨਾਂ ਵਿੱਚੋਂ ਜੇ ਤਾਂ ਕੋਈ ਵਾਕਿਆ ਕੋਈ ਗੱਲ ਹੋਵੇ, ਕਿਉਂਕਿ ਮੈਂ ਸਮਝਦਾ ਹਾਂ ਕਿ ਨਵੀਂ ਆਈ ਨੂੰਹ ਨੂੰ ਵੀ ਘਰ ਵਿੱਚ ਐਡਜਸਟ ਹੋਣ ਲਈ ਤੇ ਉਸ ਨੂੰ ਘਰ ਨੂੰ ਸਮਝਣ ਲਈ ਤੇ ਆਪਣੀਆਂ ਪੁਰਾਣੀਆਂ ਆਦਤਾਂ ਵਿੱਚੋਂ ਕੁਝ ਇੱਕ ਨੂੰ ਛੱਡਣ ਲਈ ਤੇ ਸਹੁਰੇ ਪਰਿਵਾਰ ਦੀਆਂ ਕੁਝ ਗੱਲਾਂ ਨੂੰ ਗ੍ਰਹਿਣ ਕਰਨ ਲਈ ਤੇ ਉਸ ਘਰ ਨੂੰ ਆਪਣਾ ਘਰ ਬਣਾਉਣ ਦੇ ਵਿੱਚ ਸਮਾਂ ਤੇ ਲੱਗਦਾ ਹੈ ਨਾ, ਉਹ ਸਮਾਂ ਦੇਣਾ ਚਾਹੀਦਾ। ਭਗਵੰਤ ਮਾਨ ਨੇ ਕਿਹਾ ਨਾ ਕਿ ਮੈਨੂੰ ਥੋੜਾ ਸਮਾਂ ਦਿਓ, ਪਰ ਗੱਲ ਇਹ ਹੈ ਸਮਾਂ ਤੇ ਦੇ ਦਿੰਦੇ ਆ ਤੇ 1 ਮਹੀਨੇ ਦੇ ਵਿੱਚ ਇਹ ਪ੍ਰਾਪਤੀਆਂ ਗਿਣਾਉਣ ਦੀ ਕੀ ਲੋੜ ਹੈ? ਏਡੀਆਂ ਪ੍ਰਾਪਤੀਆਂ ਨਹੀਂ ਹੈ ਜੇ। ਮੈਂ ਇਹਨੂੰ ਬਿਲਕੁਲ ਸਾਫ਼ ਸਪਸ਼ਟ ਮੈਂ ਕਹਿ ਦੇਣਾ ਚਾਹੁੰਦਾ, ਇਹ ਅਖਬਾਰਾਂ ਦੇ ਵਿੱਚ ਇੰਨਾ ਹੋਰ ਤਰੀਕਿਆਂ ਦੇ ਥਰੂ, ਡਿਜੀਟਲ ਮਾਧਿਅਮ ਦੇ ਥਰੂ ਇੰਨੀਆਂ ਵੱਡੀਆਂ ਰਕਮਾਂ ਖਰਚਣ ਦੀ ਲੋੜ ਨਹੀਂ ਹੈ। ਪੈਸੇ ਦੀ ਘਾਟ ਹੈ ਭਾਈ, ਖਜ਼ਾਨੇ ਖਾਲੀ ਹੋਏ ਪਏ ਨੇ। ਉਹ ਵਿੱਤ ਮੰਤਰੀ ਜਿਹੜੇ ਪੁਰਾਣੇ ਸੀ ਉਹ ਲੱਭਿਆਂ ਨਹੀਂ ਲੱਭਦੇ ਕਿੱਥੇ ਗਏ ਨੇ ਤੇ ਇਹ ਨਵਿਆਂ ਨੇ ਵੀ ਨਹੀਂ ਲੱਭਣਾ ਜੇ ਇਹੋ ਹੀ ਹਾਲਾਤ ਰਹੇ ਤੇ ਪੈਸੇ ਭਾਈ ਜਾਈ ਨਾ ਖਰਚੋ। ਜੇ 1000 ਕਰੋੜ ਦਿਹਾਤੀ ਵਿਕਾਸ ਫੰਡ ਦਾ ਆ ਗਿਆ, ਪਾਰਦਰਸ਼ੀ ਤਰੀਕੇ ਨਾਲ ਦੱਸੋ ਕਿ ਉਹ ਕਿੱਥੇ ਲਾਇਆ, ਤੁਸੀਂ ਕਿਹੜੀ ਸੜਕ ਬਣਵਾਤੀ ਹੈ। ਤੁਸੀਂ ਦੇਖੋ ਮੰਡੀ ਬੋਰਡ ਦੇ ਪੈਸੇ ਨਾਲ ਸਰਦਾਰ ਲਛਮਣ ਸਿੰਘ ਗਿੱਲ ਸਾਬਕਾ ਮੁੱਖ ਮੰਤਰੀ ਨੇ ਪਹਿਲੀ ਵਾਰੀ ਇਹ ਕੀਤਾ ਸੀ ਕਿ ਉਸ ਪੈਸੇ ਨੂੰ ਡਾਇਵਰਟ ਕਰਕੇ ਲਿੰਕ ਰੋਡਾਂ ਬਣਵਾਈਆਂ ਸੀ। ਅਜੇ ਤੇ ਕਾਂਗਰਸ ਸਰਕਾਰ ਦੇ ਰੱਖੇ ਹੋਏ ਨੀਂਹ ਪੱਥਰ ਨਹੀਂ ਪੂਰੇ ਹੋਣ ਡਏ। ਤੁਸੀਂ ਉਧਰ ਨੂੰ ਜਿਹੜਾ ਨੱਥ ਪਾਓ, ਜਿਹੜੇ ਠੇਕੇਦਾਰਾਂ ਨੂੰ ਪੈਸੇ ਪਹੁੰਚ ਗਏ ਨੇ ਸਰਕਾਰੀ ਖਜ਼ਾਨਿਆਂ 'ਚੋਂ, ਉਹਨਾਂ ਨੂੰ ਕਿਉਂ ਨਹੀਂ ਪੂਰਾ ਕੀਤਾ ਜਾ ਰਿਹਾ? ਸਿਹਤ ਦਾ ਦੱਸੋ ਕੀ ਕਰਨਾ ਹੈ, ਸਿੱਖਿਆ ਦਾ ਦੱਸੋ ਕੀ ਕਰਨਾ ਹੈ, ਇਹ ਗੱਲਾਂ। ਅੱਛਾ, ਦੂਸਰੀ ਗੱਲ ਸਿੱਖਿਆ ਦੀ ਅਸੀਂ ਗੱਲ ਕਰਦੇ ਹਾਂ, ਥੋੜ੍ਹਾ ਜਿਹਾ ਲੰਬਾ ਹੋ ਜਾਣਾ, ਕਿ ਦਿੱਲੀ ਦੇ ਵਿੱਚ ਸਕੂਲ ਵੇਖਣ ਵਾਸਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੀ ਜਾ ਰਹੇ ਨੇ ਤੇ ਅਫਸਰ ਵੀ ਜਾ ਰਹੇ ਨੇ ਕਿ ਦੇਖਣ ਜਾਣਾ ਕਿ ਦਿੱਲੀ ਦੇ ਸਕੂਲ ਚੱਲਦੇ ਕਿਸ ਤਰ੍ਹਾਂ ਨੇ। ਉਹ ਭਾਈ ਤੁਸੀਂ ਤੇ ਪ੍ਰਚਾਰ ਕਰਦੇ ਸੀ ਕਿ ਦਿੱਲੀ ਵਾਂਗ ਚਲਾਵਾਂਗੇ ਦਿੱਲੀ, ਤੁਸੀਂ 6-7 ਸਾਲਾਂ ਦੇ ਵਿੱਚ ਆਪਣਾ ਹੋਮਵਰਕ ਨਹੀਂ ਕੀਤਾ, ਤੁਹਾਨੂੰ ਪਤਾ ਹੀ ਨਹੀਂ ਕਿ ਕਿਸ ਤਰ੍ਹਾਂ ਚਲਾਉਣਾ ਹੈ ਤੇ ਕੀ ਰੋਡ ਮੈਪ ਹੈ, ਕੀ ਬਲੂ ਪ੍ਰਿੰਟ ਹੈ। ਉਹ ਸਾਰੀਆਂ ਗੱਲਾਂ ਕੀਤੀਆਂ ਨਹੀਂ, ਲੇਟ ਹੈ ਤੇ ਪਰ ਇਸ ਤਰ੍ਹਾਂ ਪ੍ਰਦਰਸ਼ਨ ਕਰਨ ਦੀ ਕੋਈ ਲੋੜ ਨਹੀਂ ਅਜੇ। ਬਿਲਕੁਲ ਸਹੀ ਗੱਲ ਹੈ। ਜਿਹੜੇ ਖਜ਼ਾਨੇ ਤੇ ਬੋਝ ਦੀਆਂ ਗੱਲਾਂ ਕਰਦੇ ਸੀ, ਅੱਜ ਅਖਬਾਰਾਂ ਦੇ ਇਸ਼ਤਿਹਾਰ ਦੱਸ ਰਹੇ ਨੇ ਕਿ ਉਹ ਖਜ਼ਾਨੇ ਤੋਂ ਬੋਝ ਕਿੰਨਾ ਕੁ ਘਟਾ ਰਹੇ ਨੇ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ।
ਵਕਫੇ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਇੱਕ ਤਾਂ ਗੱਲ ਕਰਨੀ ਮੈਂ ਜਿਹੜੀ ਅੱਜ ਉਹਨਾਂ ਨੇ 300 ਯੂਨਿਟ ਮਾਫ ਕੀਤੇ ਆ, ਮੁਫਤਖੋਰੇ ਲੋਕਾਂ ਨੂੰ ਬਣਾ ਰਹੇ ਆ, ਤੁਹਾਨੂੰ ਨਹੀਂ ਲੱਗਦਾ ਕਿ ਬਿਜਲੀ ਸਸਤੀ ਕਰ ਦੇਣੀ ਚਾਹੀਦੀ ਸੀ ਮਾਫ ਕਰਨ ਦੇ ਨਾਲੋਂ? ਤੇ ਦੂਜਾ ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਸਰਕਾਰ ਦੇ ਕੰਮਾਂ 'ਚ ਬਹੁਤੀ ਪਾਰਦਰਸ਼ਤਾ ਕਿਉਂ ਨਹੀਂ ਨਜ਼ਰ ਆ ਰਹੀ? ਦੇਖੋ, ਗੱਲ ਇਹ ਹੈ, ਜਿਹੜਾ ਵਾਦ ਲਫ਼ਜ਼ ਹੈ, ਇਸ ਵਿਵਾਦ ਵੀ ਇਸ ਦੇ ਨਾਲ ਜੁੜਿਆ ਹੋਇਆ ਤੇ ਸੰਵਾਦ ਵੀ ਹੈ। ਜੇ ਵਿਵਾਦ ਖੜਾ ਕਰਨਾ ਹੋਵੇ ਤਾਂ ਅਸੀਂ 50 ਗੱਲਾਂ ਕਰ ਸਕਦੇ ਹਾਂ, ਪਰ ਸੰਵਾਦ ਦੇ ਵਿੱਚੋਂ ਜਿਹੜੇ ਨੇ ਹੱਲ ਨਿਕਲਦੇ ਨੇ, ਇਸ ਗੱਲ ਦਾ ਸਾਨੂੰ ਪਤਾ ਹੋਣਾ ਚਾਹੀਦਾ। ਸਰਕਾਰ ਨੇ ਜਦੋਂ ਸਾਰੇ ਅਖਬਾਰਾਂ ਵਾਲੇ ਤੇ ਹੋਰ ਮੀਡੀਆ ਵਾਲੇ ਪਿੱਟੇ ਕਿ ਪੰਜਾਬ ਸਰਕਾਰ ਨੇ ਉੱਥੇ ਹੀ ਸਟੂਡੀਓ ਬਣਾ ਲਿਆ ਸਕੱਤਰੇਤ ਦੇ ਵਿੱਚ ਤੇ ਉੱਥੋਂ ਹੀ ਸਭ ਕੁਝ ਜਾਰੀ ਹੋਣਾ ਤੇ ਹੁਣ ਮੀਡੀਆ ਨਾਲ ਸਿੱਧੀ ਗੱਲਬਾਤ ਨਹੀਂ ਹੋਵੇਗੀ ਕਦੇ, ਉਹ ਇੱਕ ਅੰਦਾਜ਼ਾ ਤੇ ਲੱਗ ਰਿਹਾ ਸੀ ਕਿ ਕਿਸ ਤਰ੍ਹਾਂ ਦਾ ਕੰਮ ਹੋਣ ਵਾਲਾ ਹੈ। ਪਰ ਅਜੇ ਤੱਕ ਜੇ ਅਸੀਂ ਕਹਿ ਲਈਏ ਕਿ ਸਰਕਾਰ ਨੇ, ਠੀਕ ਹੈ, ਉਹਨਾਂ ਦੀ ਮਰਜ਼ੀ ਹੈ, ਕਿਉਂਕਿ ਅਸੀਂ ਦੇਖ ਲਈਏ ਕਿ 2014 ਤੋਂ ਨਰਿੰਦਰ ਮੋਦੀ ਜਿਹੜੇ ਨੇ 8 ਸਾਲ ਹੋ ਗਏ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੇ, ਤੇ ਉਹਨਾਂ ਨੇ ਅੱਜ ਤੱਕ 1 ਜਾਂ 2 ਇੰਟਰਵਿਊਜ਼ ਆਪਣੇ ਚਹੇਤੇ ਹੀ ਜਿਹੜੇ ਪੱਤਰਕਾਰਾਂ ਨੂੰ ਦਿੱਤੀਆਂ ਨੇ। ਉਹਨਾਂ ਵਿੱਚੋਂ ਇੱਕ ਅਕਸ਼ੇ ਕੁਮਾਰ ਸੀ ਜੋ ਪੱਤਰਕਾਰ ਵੀ ਨਹੀਂ। ਪਰ ਜੇ ਅਸੀਂ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਪਬਲਿਕਲੀ ਬਹੁਤ ਵਿਚਰਦੇ ਨੇ। ਡੇਲੀ ਜਿੰਨਾ ਉਹ ਨੱਸ ਭੱਜ ਕਰ ਰਹੇ ਨੇ, ਉਹ ਬਹੁਤ ਐਨਰਜੈਟਿਕ ਹੋਣਗੇ। ਮੈਂ ਸਮਝਦਾ ਕਿ ਉਹ ਵਾਹਵਾ ਸਾਰਾ ਦਿਨ ਉਹ ਲਗਾਉਂਦੇ ਨੇ ਤੇ ਉਹ ਕੁਝ ਨਾ ਕੁਝ ਕਰਦੇ ਨੇ। ਦਿੱਲੀ, ਅੰਮ੍ਰਿਤਸਰ, ਚੰਡੀਗੜ੍ਹ, ਪਤਾ ਨਹੀਂ ਕਿੱਥੇ ਕਿੱਥੇ ਮਿੰਟੋ ਮਿੰਟੀ ਪਹੁੰਚ ਜਾਂਦੇ ਨੇ, ਭਾਵੇਂ ਜਾਂਦੇ ਹੈਲੀਕਾਪਟਰ 'ਚ ਨੇ। ਪਰ ਗੱਲ ਇਹ ਹੈ ਕਿ ਜੇ ਉਹਨਾਂ ਨੇ ਆਪਣਾ ਹੁਣ ਜਿਹੜਾ ਕੰਮਕਾਜ ਕਰਨੇ ਨੇ, ਉਹਨਾਂ ਦੇ ਵਿੱਚ ਕਲੈਰਿਟੀ ਹੋਵੇ ਤੇ ਉਹ ਜ਼ਿਆਦਾ ਬਿਹਤਰ ਹੈ। ਤੁਸੀਂ 300 ਯੂਨਿਟਾਂ ਦੀ ਗੱਲ ਕੀਤੀ ਹੈ, ਤੁਸੀਂ ਮੈਨੂੰ ਸਵਾਲ ਪੁੱਛਿਆ ਕਿ ਇਹ ਮੁਫਤ ਦੇਣ ਨਾਲੋਂ ਸਸਤੀ ਬਿਜਲੀ ਦੇਣੀ ਬਿਹਤਰ ਨਹੀਂ? ਤੇ ਜੇ ਇਹ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਤੇ ਮੈਨੂੰ ਵੀ ਪਤਾ ਹੈ ਤੇ ਸਾਡੇ ਹੋਰ ਪੱਤਰਕਾਰ ਭਾਈਚਾਰੇ ਦੇ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਹੈ, ਤੇ ਫਿਰ ਸਰਕਾਰ ਨੂੰ ਕਿਉਂ ਨਹੀਂ ਪਤਾ? 300 ਯੂਨਿਟ ਮਾਫ ਕਰਨ ਵਾਲੀ ਗੱਲ ਮੈਨੂੰ ਤਾਂ ਨਹੀਂ ਇਸ ਬਾਰੇ ਪਤਾ ਸਹੀ ਮਾਇਨੇ ਦੇ ਵਿੱਚ। ਜੇ ਮੈਨੂੰ ਕੋਈ ਅੱਜ ਸਵਾਲ ਪੁੱਛੇ ਕਿ ਭਾਈ ਇਹ 300 ਯੂਨਿਟ ਕਿਵੇਂ ਮਾਫ ਹੋਣਗੇ, 301 ਯੂਨਿਟ ਵਾਲੇ ਦਾ ਕੀ ਬਣੇਗਾ, ਜਨਰਲ ਕੈਟਾਗਰੀ ਦਾ ਕੀ ਬਣੇਗਾ, ਅਦਰ ਬੈਕਵਰਡ ਕਲਾਸਿਸ ਦਾ ਕੀ ਬਣੇਗਾ, SC ਸ਼੍ਰੇਣੀ ਦਾ, ਪਤਾ ਨਹੀਂ ਕਿੰਨੀਆਂ ਕਿੰਨੀਆਂ ਸ਼੍ਰੇਣੀਆਂ ਨੇ ਸਾਡੀਆਂ, ਸਾਰਿਆਂ ਦਾ ਖਿਆਲ ਰੱਖਣਾ ਸਰਕਾਰ ਦਾ ਕੰਮ ਹੈ। ਸਭ ਨੂੰ ਖੁਸ਼ ਕਰਨਾ ਹੈ। ਸਰਕਾਰਾਂ ਇਸੇ ਕੰਮ ਵਾਸਤੇ ਹੁੰਦੀਆਂ ਨੇ। ਕੋਈ ਨੀਤੀ ਇਹੋ ਜਿਹੀ ਬਣਾਉਣੀ ਹੈ ਜਿਸ ਦਾ ਫਾਇਦਾ ਸਾਰਿਆਂ ਨੂੰ ਹੋਵੇ ਤੇ ਸਰਕਾਰੀ ਕੰਮਕਾਜ ਵੀ ਚੱਲਦਾ ਰਹੇ। ਤੇ ਤੁਸੀਂ ਸਵਲੀਨ ਮੈਨੂੰ ਇਹ ਦੱਸੋ ਕਿ 300 ਯੂਨਿਟ ਮਾਫ ਕਰਨ ਵਾਲੀ ਕਹਾਣੀ ਵਿੱਚੋਂ ਤੁਹਾਡੇ ਪੱਲੇ ਅਜੇ ਤੱਕ ਕੀ ਪਿਆ? ਮੇਰੇ ਤੇ ਮਨ 'ਚ ਇਹੀ ਕਨਫਿਊਜ਼ਨ ਹੈ ਕਿ ਉਹ ਹਿਸਾਬ ਕਿਤਾਬ ਕਿੰਨੇ ਰੱਖਣਾ ਆ ਕਿ ਜਦੋਂ ਯੂਨਿਟ 300 ਪੂਰੀ ਹੋ ਗਈ ਉਸ ਤੋਂ ਬਾਅਦ ਕਿੰਨੇ ਦੇਖਣ ਆਉਣਾ ਵੀ 1 ਬਲੀਆਂ ਕਿ 2 ਬਲੀਆਂ? ਚਲੋ ਉਹ ਤੇ ਮੀਟਰ ਦੀ ਰੀਡਿੰਗ ਤੋਂ ਪਤਾ ਲੱਗੇਗਾ, ਪਰ ਕੈਟਾਗਰੀਜ਼ ਨੂੰ ਫਿਰ ਤੁਸੀਂ ਜਾਂ ਜੇ ਡਿਫਾਈਨ ਕਰ ਲਿਆ ਹੈ ਤੁਸੀਂ। ਦੇਖੋ, ਚੋਣਾਂ ਤੋਂ ਪਹਿਲਾਂ ਤੁਸੀਂ ਐਲਾਨ ਕੀਤਾ ਕਿ ਅਸੀਂ 300 ਯੂਨਿਟ ਮਾਫ ਕਰਾਂਗੇ। ਕੇਜਰੀਵਾਲ ਇੱਕ ਵਾਰੀ ਕਹਿ ਦਿੰਦੇ ਨੇ ਕਿ 300 ਤੋਂ 1 ਉੱਪਰ ਹੋਵੇਗਾ ਤੇ ਪੂਰੇ 301 ਦਾ ਬਿੱਲ ਆਵੇਗਾ। ਫਿਰ ਕਾਨਫਰੰਸ ਕਰਦੇ ਨੇ। ਉੱਥੇ ਪਹਿਲੀ ਵਾਰੀ ਦੇ ਵਿੱਚ ਵੀ ਉਹਨਾਂ ਨੂੰ ਕਾਊਂਟਰ ਕੁਐਸਚਨਿੰਗ ਹੁੰਦੀ, ਦੂਸਰੇ ਦੇ ਵਿੱਚ ਵੀ ਫਿਰ ਕਹਿੰਦੇ ਨੇ ਕਿ ਨਹੀਂ, ਉਹ 300 ਜਿਹੜਾ ਮਾਫ ਹੀ ਹੋ ਗਿਆ ਤੇ ਉੱਪਰਲੇ ਯੂਨਿਟ ਦਾ ਤੁਹਾਨੂੰ ਬਿੱਲ ਆਏਗਾ। ਮੋਰ ਰੀਅਲਿਸਟਿਕ ਗੱਲ ਇਹ ਜਾਪਦੀ ਹੈ। ਪਰ ਅਸਲ ਵਿੱਚ ਗੱਲ ਮੈਂ ਸਮਝਦਾ ਕਿ ਓਵਰਆਲ ਫਾਇਦਾ ਜਿਹੜਾ ਹੈ ਉਹ ਠੀਕ ਹੈ। ਕੋਈ ਇਨਕਮ ਦੇ ਆਧਾਰ 'ਤੇ ਕਿਸੇ ਭਾਈਚਾਰੇ ਦਾ ਹੋਵੇ ਤੇ ਜ਼ਿਆਦਾ ਬਿਹਤਰ ਹੋਵੇਗਾ। ਬੜੀ ਦੇਰ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ, ਪਰ ਹੁਣ ਜਿਹੜੀ ਸਥਿਤੀ ਹੈ 300 ਯੂਨਿਟ ਦੇ ਮਾਮਲੇ 'ਤੇ ਸਰਕਾਰ ਪਹਿਲਾਂ ਤਾਂ ਉਹਨਾਂ ਨੂੰ ਐਲਾਨ ਕਰਨਾ ਪੈ ਗਿਆ, ਕੀਤਾ ਨਹੀਂ। ਇਹ ਵਾਰ-ਵਾਰ ਯਾਦ ਕਰਕੇ ਕਰਵਾਇਆ ਗਿਆ ਜੀ, ਬਿਲਕੁਲ, ਕਿਉਂਕਿ ਬਿਜਲੀ ਦੀ ਲੋੜ ਸ਼ਾਇਦ ਇੰਨੀ ਮਹਿਸੂਸ ਨਾ ਹੁੰਦੀ ਜੇ ਗਰਮੀਆਂ ਦਾ ਮੌਸਮ ਨਾ ਆ ਗਿਆ ਹੁੰਦਾ ਇੰਨੀ ਛੇਤੀ। ਅੱਗੇ ਹੋਰ ਗਰਮੀ ਆਉਣੀ ਹੈ, ਜੇਠ ਹਾੜ ਦੇ ਮਹੀਨੇ ਆਉਣੇ ਨੇ, ਸਾਉਣ ਭਾਦੋ ਤਾਂ ਇਹ ਤਾਂ ਬਹੁਤ ਦੂਰ ਹੈ। ਇਹ ਤੇ ਉਦੋਂ ਤੱਕ ਤਾਂ ਸਰਕਾਰ ਦਾ ਧੂੰਆਂ ਨਿਕਲ ਜਾਵੇਗਾ। ਪਰ ਕੱਲ ਤੱਕ ਮਾਹਿਰ ਜੋ ਕਹਿ ਰਹੇ ਸੀ ਕਿ ਇਹ ਬਹੁਤ ਗਲਤ ਸਮਾਂ ਹੈ ਸਰਕਾਰ ਦਾ 300 ਯੂਨਿਟ ਮਾਫ ਕਰਨ ਵਾਲਾ ਜੀ। ਇਸ ਨਾਲ ਇੱਕ ਤੇ ਲੋਕਾਂ ਨੂੰ ਮੁਫਤਖੋਰੀ ਦੀ ਆਦਤ ਪਏਗੀ, ਇੱਕ ਸਾਡੇ ਕੋਲ ਬਿਜਲੀ ਨਹੀਂ ਹੈ। ਜਿਹੜੇ ਲੋਕ ਜਿਨ੍ਹਾਂ ਨੂੰ ਅੱਗੇ 200 ਯੂਨਿਟ ਮੁਆਫ ਸੀ, ਉਹ 200 ਯੂਨਿਟ ਤੋਂ ਬਾਅਦ ਆਪਣੀ ਸੋਚ ਸਮਝ ਕੇ ਬਿਜਲੀ ਵਰਤਦੇ ਸਨ, ਉਹ ਹੁਣ 300 ਤੇ ਜਾ ਕੇ ਰੁਕਣਗੇ। ਉਹਨਾਂ ਨੂੰ ਹਿਸਾਬ ਕਿਤਾਬ ਲੱਗ ਜਾਵੇਗਾ ਕਿ 300 ਨਾਲ ਇੰਨਾ ਕੁ ਬਿਜਲੀ ਜਿਹੜੀ ਆ ਫੂਕੀ ਜਾ ਸਕਦੀ ਹੈ। ਤੇ ਉਹਨਾਂ ਦਾ ਹਿਸਾਬ ਕਿਤਾਬ ਲਾਉਣ ਲਈ ਸਰਕਾਰ ਨੇ ਇੰਨੀ ਕੁ ਮੁਹਲਤ ਲੈ ਲਈ ਹੈ। ਐਲਾਨ ਅੱਜ ਕਰ ਦਿੱਤਾ ਹੈ, 16 ਅਪ੍ਰੈਲ ਨੂੰ ਐਲਾਨ ਹੋ ਗਿਆ, ਤੇ ਪਰ ਲਾਗੂ ਜਾ ਕੇ ਇਹ ਬਰਸਾਤਾਂ ਜਦੋਂ ਆ ਜਾਣੀਆਂ ਨੇ ਉਦੋਂ ਹੋਣਾ ਹੈ। ਉਦੋਂ ਤੱਕ ਕਿਹੜੀ ਨੀਤੀ ਸਰਕਾਰ ਤਿਆਰ ਕਰਦੀ ਹੈ ਇਸ ਬਾਰੇ ਅਜੇ ਰੌਲਾ ਰੱਪਾ। ਪਰ ਸਰਕਾਰ, ਮੈਂ ਸਮਝਦਾ ਕਿ ਇਸ ਨੂੰ ਪਰ ਯੂਨਿਟ ਰੇਟ ਦੇ ਹਿਸਾਬ ਨਾਲ ਸਾਰਿਆਂ ਲਈ ਘੱਟ ਕਰਦੀ ਤੇ ਜ਼ਿਆਦਾ ਬਿਹਤਰ ਹੋਣਾ ਸੀ। ਹਾਂ, ਇਹ ਜਿਹੜੀ ਕੈਟਾਗਰੀ ਇੱਦਾਂ ਕਰ ਦਿੰਦੇ ਕਿ 300 ਯੂਨਿਟ ਤੱਕ ਆ ਰੇਟ ਹੈ, 400 ਤੱਕ ਆ ਹੈ, 500 ਤੱਕ ਆ ਹੈ ਤੇ ਉਸ ਤੋਂ ਉੱਪਰ ਫਿਰ ਆ ਹੈ ਭਾਈ ਜੀ। ਬੜਾ ਸਿੰਪਲ ਹੋਣਾ ਸੀ ਇਸ ਦੇ ਨਾਲ। ਪਰ ਗੱਲ ਇਹ ਹੈ ਕਿ ਸਰਕਾਰ ਨੇ ਹੁਣ ਇੱਕ ਵਾਅਦਾ ਤੇ ਕੀਤਾ ਹੋਇਆ, ਪਰ ਬਦਕਿਸਮਤੀ ਦੀ ਗੱਲ ਇਸ ਵਿੱਚੋਂ ਇਹ ਭਾਸ ਰਹੀ ਹੈ
ਕਿ ਸਰਕਾਰ ਨੇ ਇਸ ਮਾਮਲੇ ਤੇ ਤਿਆਰੀ ਨਹੀਂ ਸੀ ਕੀਤੀ ਹੋਈ। ਹੁਣ ਜਦੋਂ ਲੋਕਾਂ ਨੇ ਯਾਦ ਕਰਾ ਦਿੱਤਾ ਤੇ ਗਰਮੀ ਆ ਗਈ ਹੈ ਇੱਕਦਮ, ਤੇ ਫਿਰ ਬੂਹੇ ਬੈਠੀ ਜੰਝ ਤੇ ਵਿੰਨੋ ਕੁੜੀ ਦੇ ਕੰਨ ਵਾਲੀ ਸਥਿਤੀ ਜਿਹੜੀ ਆ ਸਰਕਾਰ ਦੀ ਬਣੀ ਹੋਈ ਹੈ ਕਿ ਚਲੋ ਐਲਾਨ ਤੇ ਕਰੋ। ਹੁਣ ਲੋਕੀ ਸਾਨੂੰ ਕਹਿ ਰਹੇ ਨੇ, ਪ੍ਰਤਾਪ ਸਿੰਘ ਬਾਜਵਾ ਨੇ ਵੀ ਕਹਿ ਦਿੱਤਾ ਕਿ ਇਸ ਫੈਸਲੇ ਦਾ ਸਵਾਗਤ ਹੈ, 300 ਯੂਨਿਟ ਦਾ ਮੁਆਫ ਹੈ। ਸੁਖਪਾਲ ਸਿੰਘ ਖਹਿਰਾ ਨੇ ਵੀ ਕਹਿ ਦਿੱਤਾ, ਹੋਰ ਵੀ ਕਈਆਂ ਨੇ ਕਹਿ ਰਾਜੇ ਦਿੱਤਾ। ਵੜਿੰਗ ਨੂੰ ਨਹੀਂ ਚੰਗਾ ਲੱਗਾ ਰਾਜੇ ਵੜਿੰਗ ਨੂੰ ਸ਼ਾਇਦ ਨਹੀਂ ਚੰਗਾ ਲੱਗਾ, ਖੈਰ ਪ੍ਰਧਾਨ ਹੋਏ ਨੇ, ਉਹਨਾਂ ਦੀ ਗੱਲ ਦੀ ਜ਼ਿਆਦਾ ਵੇਟੇਜ ਹੋਵੇਗੀ ਇਸ ਵੇਲੇ। ਪਰ ਬਿਜਲੀ ਲੈਣੀ ਕਿੱਥੋਂ ਹੈ? ਕੋਲੇ ਦੇ ਭੰਡਾਰ ਬਹੁਤੇ ਨਹੀਂ ਹੈ, ਪੰਜਾਬ ਦੇ ਕਈ ਥਰਮਲ ਬੰਦ ਨੇ ਤੇ ਪੰਜਾਬ ਦੇ ਵਿੱਚ ਗੰਭੀਰ ਬਿਜਲੀ ਸੰਕਟ ਜਿਹੜਾ ਹੈ ਸਿਰ ਤੇ ਮੰਡਰਾ ਰਿਹਾ। ਖੇਤੀ ਖੇਤਰ ਨੂੰ ਆਉਣ ਵਾਲੇ ਦਿਨਾਂ ਵਿੱਚ ਜੋ ਵੱਡੇ ਪੱਧਰ ਤੇ ਬਿਜਲੀ ਦੀ ਲੋੜ ਹੋਵੇਗੀ ਝੋਨੇ ਦੇ ਸਮੇਂ ਵਾਸਤੇ, ਉਹ ਬਿਜਲੀ ਦੀ ਪੂਰਤੀ ਹੁੰਦੀ ਨਜ਼ਰ ਨਹੀਂ ਆ ਰਹੀ। ਉਧਰ ਹਿਮਾਚਲ ਵਾਲਿਆਂ ਤੋਂ ਵੀ ਬਿਜਲੀ ਗਰਮੀਆਂ ਨੂੰ ਲੈਂਦੇ ਸਨ ਤੇ ਹਿਮਾਚਲ ਵਾਲੇ ਭਾਈਆਂ ਨੇ ਵੀ ਆਪਣੀ ਬਿਜਲੀ ਦੀ ਰੇਟ ਘਟਾਉਣ ਦਾ ਐਲਾਨ ਕਰਤਾ, ਕਿਉਂਕਿ ਉੱਥੇ ਵੀ ਇਸ ਸਾਲ ਵੋਟਾਂ ਪੈਣੀਆਂ ਨੇ। ਵੱਡੇ ਵੱਡੇ ਐਲਾਨ ਉੱਥੇ ਵੀ ਹੋ ਰਹੇ ਨੇ। ਮੈਨੂੰ ਲੱਗਦਾ ਹੈ ਕਿ ਸਾਰਿਆਂ ਮੁੱਦਿਆਂ ਨਾਲੋਂ ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਬਿਜਲੀ ਜਿਹੜਾ ਹੈ ਵੱਡਾ ਮੁੱਦਾ ਬਣ ਗਿਆ। ਪਰ ਮੈਂ ਆਮ ਆਦਮੀ ਪਾਰਟੀ ਨੂੰ ਫਿਰ ਯਾਦ ਕਰਾਉਣਾ ਚਾਹੁੰਦਾ ਕਿ ਤੁਹਾਡੇ ਕੋਲ ਉਮੀਦ ਹੈ ਸੀ, ਪਰ ਤੁਸੀਂ ਅਜੇ ਤੱਕ ਉਸ ਉਮੀਦ ਤੋਂ ਥੋੜਾ ਜਿਹਾ ਪਿੱਛੇ ਰਹਿ ਗਏ ਹੋ, ਸਿਰਫ ਇਸ ਗੱਲ ਕਰਕੇ ਕਿ ਤੁਸੀਂ ਅੱਜ ਤੱਕ ਕੋਈ ਠੋਸ ਨੀਤੀ ਤਿਆਰ ਨਹੀਂ ਕਰ ਸਕੇ। 1 ਮਹੀਨੇ ਦੇ ਦੌਰਾਨ ਜਿੰਨੇ ਗੇੜੇ ਭਗਵੰਤ ਮਾਨ ਨੇ ਹਿਮਾਚਲ ਦੇ ਤੇ ਦਿੱਲੀ ਦੇ ਤੇ ਗੁਜਰਾਤ ਦੇ ਲਾ ਦਿੱਤੇ ਨੇ, ਤੇ ਆਸੇ-ਪਾਸੇ ਹੋਰ ਜਗ੍ਹਾ ਤੇ ਜਾ ਕੇ ਮੱਥੇ ਟੇਕ ਰਹੇ ਨੇ ਜਾਂ ਕਿਤੇ ਜਾ ਰਹੇ ਨੇ, ਉਸ ਨਾਲੋਂ ਬਿਹਤਰ ਇਹ ਸੀ ਕਿ ਆਪਣੇ ਕੁਝ ਅਫਸਰਾਂ ਦੀਆਂ ਸਖਤ ਡਿਊਟੀਆਂ ਲਾ ਕੇ ਇਸ ਪ੍ਰਤੀ ਕੋਈ ਠੋਸ ਨੀਤੀ ਬਣਾਉਣ ਲਈ ਆਪਣੇ ਅਧਿਕਾਰੀਆਂ ਨੂੰ ਆਖ ਦਿੰਦੇ। ਦੂਸਰੀ ਗੱਲ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਪੰਜਾਬ ਦੇ ਵਿੱਚ ਬਿਜਲੀ ਕਿੱਥੋਂ ਲੈਣੀ ਹੈ, ਕਿਵੇਂ ਲੈਣੀ ਹੈ, ਇਸ ਬਾਰੇ ਕੋਈ ਪੱਤੇ ਨਹੀਂ ਖੋਲ੍ਹੇ। ਜਿਹੜਾ ਤੁਹਾਡਾ ਸਵਾਲ ਹੈ ਕਿ ਪਾਰਦਰਸ਼ਤਾ ਨਹੀਂ ਹੈ, ਸਰਕਾਰ ਨੇ ਡਿਟੇਲ ਕੋਈ ਨਹੀਂ ਜਾਰੀ ਕੀਤੀ। ਮੈਂ 3-4 ਸੋਰਸਿਸ ਜਿਹੜੇ ਨੇ ਅੱਜ ਦੇ ਫੋਲ ਲਏ ਨੇ, ਉਹਨਾਂ ਵਿੱਚੋਂ ਪੜ੍ਹ ਕੇ ਲੱਭਣ ਦਾ ਯਤਨ ਕੀਤਾ ਹੈ ਕਿ 300 ਯੂਨਿਟ ਅਕਸਰ ਕਿਸ ਦਾ ਮਾਫ ਹੋਵੇਗਾ ਤੇ ਕਿਵੇਂ ਹੋਵੇਗਾ। ਕਿਤੇ ਉਹ ਗੱਲ ਕਲੀਅਰ ਨਹੀਂ ਹੋ ਰਹੀ। ਸੋ ਮਾਫੀ ਚਾਹੁੰਦੇ ਆ ਦੇਖਣ ਵਾਲਿਆਂ ਪਾਸੋਂ ਕਿ ਇਹ ਕਹਾਣੀ ਇਸੇ ਤਰ੍ਹਾਂ ਦੀ ਹੈ। ਸਰਕਾਰ ਵੀ ਕਲੀਅਰ ਨਹੀਂ ਹੈ ਸ਼ਾਇਦ, ਤੇ ਜਾਂ ਉਹ ਸਾਨੂੰ ਕਲੀਅਰ ਕਰਨਾ ਨਹੀਂ ਚਾਹੁੰਦੇ। ਨਾ ਸਮਾਰਟ ਮੀਟਰਾਂ ਬਾਰੇ, ਨਾ ਪ੍ਰੀਪੇਡ ਮੀਟਰਾਂ ਬਾਰੇ ਸਰਕਾਰ ਅਜੇ ਤੱਕ ਭੰਬਲ ਭੂਸੇ ਵਾਲੀ ਸਥਿਤੀ ਵਿੱਚ ਹੈ। ਜੀ, ਕੇਜਰੀਵਾਲ ਨੇ 300 ਯੂਨਿਟ ਮਾਫ ਕਰਨ ਵਾਲਾ ਸੱਪ ਤੇ ਆਪਣੇ ਗਲ 'ਚ ਮਾਰ ਕੇ ਪਾ ਲਿਆ। ਹੁਣ ਕਿਸ ਭਾਵਿਕ ਦੀ ਹੈ, ਇਹ ਵੇਖਣ ਵਾਲੀ ਗੱਲ ਹੋਏਗੀ। ਖੈਰ, ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ। ਕੁਲਦੀਪ ਜੀ, ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਸੁਲਤਾਨਪੁਰ ਲੋਧੀ ਗਏ ਤੇ ਉੱਥੇ ਪੱਗ ਉਹਨਾਂ ਦੀ ਗਈ ਲੱਥ। ਕੀ ਹੈ ਜੀ ਪੂਰੀ ਕਹਾਣੀ? ਜਥੇਦਾਰ ਇਕਬਾਲ ਸਿੰਘ, ਜਿਨ੍ਹਾਂ ਦੇ ਬਾਰੇ ਇੱਕ ਮਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਹੋਣਾ ਦੇ ਤੇ ਉਹਨਾਂ ਦੀ ਜੋ ਉਹਨਾਂ ਦੇ ਸਾਥੀ ਜਥੇਦਾਰ ਨੇ, ਉਹਨਾਂ ਨੇ ਹੁਕਮਨਾਮਾ ਵੀ ਜਾਰੀ ਕੀਤਾ ਹੋਇਆ ਹੈ ਕਿ ਇਕਬਾਲ ਸਿੰਘ ਦੇ ਨਾਮ ਦੇ ਅੱਗੇ ਜਥੇਦਾਰ ਨਹੀਂ ਲਾਉਣਾ। ਇਹ ਸਾਡੀ ਕੌਮ ਦਾ ਹਿੱਸਾ ਨਹੀਂ। ਵਾਦਾਂ ਵਿਵਾਦਾਂ ਨਾਲ ਜਥੇਦਾਰ ਇਕਬਾਲ ਸਿੰਘ ਦਾ ਵਾਹ ਵਾਸਤਾ ਰਿਹਾ ਹੈ ਪਿਛਲੇ ਸਮੇਂ 'ਚ। ਇੱਕ ਬਿਆਨ ਉਹਨਾਂ ਨੇ ਕੋਈ ਸਮੇਂ ਤੇ ਭਾਜਪਾ ਸਰਕਾਰ ਦੇ ਇੱਕ ਫੰਕਸ਼ਨ ਦੇ ਵਿੱਚ ਦੇ ਦਿੱਤਾ ਸੀ ਕਿ ਸਿੱਖ ਜਿਹੜੇ ਹਨ ਇਹ ਲਵ ਕੁਸ਼ ਦੇ ਵੰਸ਼ਜ ਵਿੱਚੋਂ ਹਨ ਤੇ ਉਸ ਕਰਕੇ ਅਸੀਂ ਬਹੁਤ ਵੱਡਾ ਹਿੱਸਾ ਹਾਂ, ਅਸੀਂ ਹਿੰਦੂਆਂ ਦੇ ਹਾਂ, ਫਲਾਨਾ। ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ। ਇਹ ਗੱਲਾਂ ਗਲਤ ਠੀਕ ਉਹਨਾਂ ਨੇ ਕਿੱਥੋਂ ਇਸ ਦੇ ਸੋਰਸਿਸ ਲਏ। ਖੈਰ, ਉਦੋਂ ਉਹਨਾਂ ਨੇ ਆਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਬਾਣੀ ਦੇ ਵਿੱਚ ਇਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਨੇ। ਇਹ ਉਹ ਬਿਹਤਰ ਜਾਣਦੇ ਨੇ। ਪਰ ਇਸ ਮੁੱਦੇ ਤੇ ਉਹਨਾਂ ਦੀ ਕਾਫੀ ਖਿਚਾਈ ਹੋਈ ਤੇ ਵੱਖ-ਵੱਖ ਕੌਮੀ ਜਥੇਬੰਦੀਆਂ ਵੱਲੋਂ, ਜਿਸ ਦੇ ਵਿੱਚ ਸਾਡੇ ਮੌਜੂਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰ ਤੇ ਮਤਵਾਜ਼ੀ ਜਥੇਦਾਰਾਂ ਵੱਲੋਂ ਵੀ ਉਹਨਾਂ ਦੀ ਨਿਖੇਧੀ ਹੋਈ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡੇ ਹੁਣ ਨਾਮ ਦੇ ਅੱਗੇ ਹੁਣ ਜਥੇਦਾਰ ਅੱਜ ਤੋਂ ਨਹੀਂ ਲੱਗੇਗਾ। ਇਕਬਾਲ ਸਿੰਘ ਜੀ ਤਖ਼ਤ ਸ੍ਰੀ ਪਟਨਾ ਸਾਹਿਬ, ਜੋ ਸਿੱਖ ਕੌਮ ਦੇ 5 ਤਖ਼ਤਾਂ ਵਿੱਚੋਂ ਇੱਕ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਜਿਹੜੀ ਧਰਤੀ ਹੈ, ਉੱਥੇ ਦੇ ਉਹ ਜਥੇਦਾਰ ਰਹੇ ਨੇ ਤੇ ਲੰਬਾ ਸਮਾਂ ਰਹੇ ਨੇ, ਸਾਬਕਾ ਨੇ ਹੁਣ ਤੇ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਬਾਬਾ ਗੁਰਬਚਨ ਸਿੰਘ ਕਾਰ ਸੇਵਾ ਵਾਲਿਆਂ ਤੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ। ਹੁਣ ਇਸ ਤੋਂ ਅਗਲੀ ਡਿਟੇਲ ਮੈਂ ਨਾਮ ਨਹੀਂ ਲਵਾਂਗਾ। ਉਹਨਾਂ ਨੇ ਜਦੋਂ ਉਹਨਾਂ ਨੂੰ ਅੰਤਿਮ ਅਰਦਾਸ ਬਾਬਾ ਜੀ ਦੀ ਹੁੰਦੀ ਹੈ ਸੰਸਕਾਰ ਵੇਲੇ, ਤੇ ਅੰਤਿਮ ਅਰਦਾਸ ਦੇ ਵਿੱਚ ਇਕਬਾਲ ਸਿੰਘ ਜਿਹੜੇ ਨੇ ਉਹ ਨਾਮ ਲੈ ਦਿੰਦੇ ਨੇ ਇੱਕ ਵਿਅਕਤੀ ਦਾ ਕਿ ਅਗਲੇ ਗੱਦੀ ਨਸ਼ੀਨ ਜਾਂ ਬਾਬਾ ਜੀ ਦੀ ਜਗ੍ਹਾ ਤੇ ਉਹ ਜਿਹੜੇ ਹਨ ਇਸ ਸੰਪਰਦਾਇ ਦੇ ਜਾਂ ਸੰਸਥਾ ਦੇ ਮੁਖੀ ਹੋਣਗੇ। ਇਸ ਮੌਕੇ ਤੇ ਰੌਲਾ ਰੱਪਾ ਪੈ ਜਾਂਦਾ। ਅਰਦਾਸ ਤੇ ਮੁਕੰਮਲ ਹੋ ਜਾਂਦੀ ਹੈ ਤੇ ਉੱਥੇ ਮੌਕੇ ਤੇ ਮੌਜੂਦ ਲੋਕ ਜਿਹੜੇ ਇਹਨਾਂ ਨੂੰ ਘੇਰਾ ਪਾ ਲੈਂਦੇ ਨੇ। ਲੰਬੀ ਚੌੜੀ ਲਿਸਟ ਹੈ ਉਹਨਾਂ ਦੀ, ਅਖਬਾਰਾਂ ਦੇ ਵਿੱਚ ਲੱਗੀ ਹੋਈ ਹੈ, ਪੜ੍ਹੀ ਜਾ ਸਕਦੀ ਹੈ। ਉਹ ਜਦੋਂ ਘੇਰਾ ਪਾ ਦਿੰਦੇ ਨੇ ਫਿਰ ਉੱਥੇ ਧੂ ਐਵੇਂ ਤੱਕ ਗੱਲ ਪਹੁੰਚਦੀ ਹੈ ਤੇ ਉਸ ਧੱਕਾ ਮੁੱਕੀ ਦੇ ਵਿੱਚ ਇਕਬਾਲ ਸਿੰਘ ਜੀ ਦੀ ਪੱਗ ਲੈ ਜਾਂਦੀ ਹੈ। ਦਸਤਾਰ ਉਹਨਾਂ ਦੀ ਲੱਥ ਕੇ ਥੱਲੇ ਡਿੱਗ ਪੈਂਦੀ ਹੈ। ਉਹਨਾਂ ਦਾ ਗਨਮੈਨ ਉਹਨਾਂ ਨੂੰ ਕਾਫੀ ਬਚਾਉਣ ਦਾ ਯਤਨ ਕਰਦਾ ਹੈ ਭੀੜ ਤੋਂ, ਪਰ ਉਸ ਦੀ ਬਹੁਤੀ ਪੇਸ਼ ਵਾਹ ਵਾਸਤਾ ਜਾਂਦਾ ਨਹੀਂ ਤੇ ਫਿਰ ਅਖੀਰ ਉਹਨਾਂ ਨੂੰ ਖਿੱਚ ਕੇ ਲੈ ਜਾਂਦਾ ਹੈ
ਤੇ ਇੱਕ ਕਮਰੇ ਦੇ ਵਿੱਚ ਜਾ ਕੇ ਉਹਨਾਂ ਨੂੰ ਬੰਦ ਕਰ ਦਿੰਦਾ ਤਾਂ ਕਿ ਉੱਥੇ ਉਹ ਸੁਰੱਖਿਅਤ ਰਹਿਣ। ਚਲੋ ਉਹ ਠੀਕ ਠਾਕ ਉੱਥੋਂ ਆ ਗਏ ਨੇ ਤੇ ਫਿਰ ਬਾਹਰ ਲੋਕ ਇਕੱਠੇ ਹੋ ਜਾਂਦੇ ਨੇ ਕਿ ਭਾਈ ਇਕਬਾਲ ਸਿੰਘ ਹੁਣਾਂ ਨੇ ਸਾਡੇ ਨਾਲ ਬਿਨਾਂ ਸਲਾਹ ਕੀਤੇ ਤੋਂ ਆਪਣੀ ਮਰਜ਼ੀ ਨਾਲ ਕਿਸੇ ਦਾ ਨਾਮ ਜਿਹੜਾ ਹੈ ਉਹ ਐਲਾਨ ਕੀਤਾ ਹੈ ਕਿ ਉਹ ਅਗਲੇ ਇਸ ਸੰਸਥਾ ਦੇ ਮੁਖੀ ਹੋਣਗੇ। ਹੁਣ ਅਸੀਂ ਉਸ ਡਿਬੇਟ ਵਿੱਚ ਨਹੀਂ ਪਾਉਣਾ ਚਾਹੁੰਦੇ ਕਿ ਕਿਹਦਾ ਕੀਤਾ ਹੈ ਤੇ ਕਿਉਂ ਕੀਤਾ ਹੈ ਜਾਂ ਕੌਣ ਹੋਣਾ ਚਾਹੀਦਾ ਸੀ, ਇਸ ਗੱਲ ਦਾ ਸਾਨੂੰ ਇਲਮ ਨਹੀਂ। ਇਹ ਜ਼ਿਆਦਾ ਉਹ ਸੰਸਥਾ ਦੇ ਪ੍ਰਬੰਧਕ ਜਾਂ ਉਸ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਉਹ ਬਿਹਤਰ ਜਾਣਦੇ ਨੇ। ਪਰ ਗੱਲ ਇਹ ਹੈ ਕਿ ਇੱਕ ਪਾਸੇ ਫਿਰ ਗਿਆਨੀ ਇਕਬਾਲ ਸਿੰਘ ਜਦੋਂ ਕਮਰੇ ਵਿੱਚ ਬੰਦ ਨੇ ਤੇ ਫਿਰ ਉਸ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਸਾਨੂੰ ਇਹ ਉਹਨਾਂ ਦੀ ਅਰਦਾਸ ਵਿੱਚ ਕੀਤੀ ਹੋਈ ਗੱਲ ਮਨਜ਼ੂਰ ਨਹੀਂ ਤੇ ਇਸ ਗੱਲ ਬਾਰੇ ਉਹ ਦੁਬਾਰਾ ਸੋਚ ਵਿਚਾਰ ਕਰਨ, ਸਾਡੇ ਕੋਲੋਂ ਮੁਆਫੀ ਮੰਗਣ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਸਾਡੇ ਨਾਲ ਸਲਾਹ ਕੀਤੇ ਤੋਂ ਬਿਨਾਂ, ਤੇ ਮੁਆਫੀ ਮੰਗ ਕੇ ਤੇ ਫਿਰ ਸਾਨੂੰ ਦੱਸਣ ਕਿ ਅਸੀਂ ਆਪੇ ਜਿਹੜਾ ਅਗਲਾ ਜਥੇਦਾਰ ਜਾਂ ਅਗਲਾ ਆਗੂ ਜਿਹੜਾ ਚੁਣ ਲਵਾਂਗੇ। ਸੋ ਗਿਆਨੀ ਇਕਬਾਲ ਸਿੰਘ ਨੇ ਲਿਖਤੀ ਮੁਆਫੀ ਉੱਥੇ ਮੰਗੀ ਹੈ। ਮੁਆਫੀ ਮੰਗ ਕੇ ਫਿਰ ਉਹਨਾਂ ਦੀ ਜਾਨ ਖਲਾਸੀ ਉੱਥੋਂ ਹੋਈ ਹੈ ਤੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਉੱਥੋਂ ਮਿਲੀ ਹੈ। ਤੇ ਉਹਨਾਂ ਫਿਰ ਸੰਸਥਾ ਵਾਲੇ ਹੁਣ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਬਾਹਰਲੇ ਦੀ ਲੋੜ ਨਹੀਂ। ਤੇ ਪਰ ਗੱਲ ਇੱਕ ਹੈ, ਜੇ ਸੰਸਥਾ ਕੋਈ ਧਾਰਮਿਕ ਨਿਰੋਲ ਸੰਸਥਾ ਹੈ, ਠੀਕ ਹੈ, ਮਾਣ ਸਤਿਕਾਰ ਕਰਦੇ ਹੋਣਗੇ। ਜੇ ਉਹਨਾਂ ਨੂੰ ਮੇਰਾ ਜੋ ਮੁੱਦਾ ਹੈ ਉਹ ਇਹ ਹੈ ਕਿ ਇੱਕ ਉੱਚ ਅਹੁਦੇ 'ਤੇ ਰਹਿ ਚੁੱਕੇ ਵਿਅਕਤੀ ਨੂੰ ਤੁਸੀਂ ਬੁਲਾਉਂਦੇ ਹੋ ਅਰਦਾਸ ਵਾਸਤੇ ਤੇ ਫਿਰ ਜੇ ਉਹ ਅਰਦਾਸ ਵਿੱਚ ਕੋਈ ਗੱਲ ਕਰਦੇ ਨੇ, ਜਦੋਂ ਤੁਸੀਂ ਉਹਨਾਂ ਨੂੰ ਬੁਲਾਇਆ ਤੇ ਜਾਂ ਤਾਂ ਉਹਨਾਂ ਨੂੰ ਪਹਿਲਾਂ ਗਾਈਡ ਕਰੋ ਇਸ ਮਾਮਲੇ 'ਤੇ, ਜਾਂ ਉਹ ਹੁਣ ਉਹਨਾਂ ਨੇ ਜਾਣਬੁੱਝ ਕੇ ਕਰ ਦਿੱਤਾ ਜਾਂ ਉਹਨਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਫਲਾਣੇ ਦਾ ਨਾਮ ਤੁਸੀਂ ਅਨਾਉਂਸ ਕਰ ਦਿਓ। ਇਹ ਸਾਰੀਆਂ ਗੱਲਾਂ ਚੰਗੀਆਂ ਨਹੀਂ। ਇਸ ਵਿੱਚ ਮਿਸਕਮਿਊਨੀਕੇਸ਼ਨ ਤੇ ਹੋਰ ਬਹੁਤ ਸਾਰੀਆਂ ਗੱਲਾਂ ਝਲਕਦੀਆਂ ਨੇ ਜਿਨ੍ਹਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਜੇ ਉਹਨਾਂ ਨੂੰ ਬੁਲਾਇਆ ਸੀ ਤੇ ਫਿਰ ਜ਼ਾਹਿਰਾ ਤੌਰ 'ਤੇ ਅਰਦਾਸ ਕਰਨ ਦਾ ਵੀ ਉਹਨਾਂ ਨੂੰ ਅਰਦਾਸੀਏ ਵਜੋਂ ਉਹਨਾਂ ਨੂੰ ਸੇਵਾ ਜਿਹੜੀ ਹੈ ਦਿੱਤੀ ਗਈ ਹੈ ਤੇ ਉਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਸੀ। ਇਹ ਵਾਦ ਵਿਵਾਦ ਦਸਤਾਰ ਲੱਥ ਜਾਣੀ ਉਹ ਵੀ ਕਿਸੇ ਸਾਬਕਾ ਜਥੇਦਾਰ ਦੀ ਮਾੜੀ ਗੱਲ ਹੈ, ਬਦਨਾਮੀ ਹੁੰਦੀ ਹੈ। ਇਸ ਗੱਲ ਤੋਂ ਸਾਨੂੰ ਬਹੁਤ ਜ਼ਿਆਦਾ ਬਚਣ ਦੀ ਲੋੜ ਹੈ ਜੀ। ਇਸ ਤੋਂ ਬਾਅਦ ਗੱਲ ਕਾਂਗਰਸ ਦੀ ਕਰਦੇ ਹਾਂ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਜੇ ਅੱਜ ਦੀਆਂ ਖਬਰਾਂ ਦੀ ਗੱਲ ਕਰੀਏ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਤੇ ਉਹਨਾਂ ਨੇ ਟਵੀਟ ਕੀਤਾ ਆ ਜੋ ਕਹਿੰਦੇ ਨੇ ਕਿ ਜਿਹੜੀ ਰਾਜ ਸਭਾ ਮੈਂਬਰੀ ਦੀ ਮੈਨੂੰ ਤਨਖਾਹ ਮਿਲਣੀ ਹੈ ਉਹ ਮੈਂ ਪੰਜਾਬ ਦੇ ਕਿਸਾਨਾਂ ਦੀਆਂ ਧੀਆਂ ਦੇ ਲੇਖੇ ਲਾਉਣਾ ਚਾਹੁੰਦਾ। ਕਿੰਜ ਵੇਖਦੇ ਹੋ ਜੀ ਉਹਨਾਂ ਦੇ ਇਸ ਟਵੀਟ ਨੂੰ? ਟਵੀਟ ਜਾਂ ਉਹਨਾਂ ਦਾ ਫੈਸਲਾ ਜਿਹੜਾ ਹੈ ਉਹ ਸਵਾਗਤਯੋਗ ਹੈ। ਜਿੱਥੇ ਅੱਜ ਕੋਈ ਇੱਕ ਦਵਾਨੀ ਨਹੀਂ ਛੱਡ ਕੇ ਰਾਜੀ ਔਰ ਕਿਸੇ ਦੀ ਖਾਸ ਤੌਰ 'ਤੇ ਜਿਹੜੇ ਇਸ ਲੈਵਲ 'ਤੇ ਪਹੁੰਚੇ ਹੋਏ ਲੋਕ ਨੇ ਉਹਨਾਂ ਨੂੰ ਬਹੁਤ ਘੱਟ ਵੇਖਿਆ ਜਾਂਦਾ ਹੈ। ਸੈਟਿਸਫੈਕਸ਼ਨ ਲੈਵਲ ਹਰਭਜਨ ਸਿੰਘ ਕੋਲ ਭੱਜੀ ਕੋਲ ਹੈ, ਇਸ ਤਰ੍ਹਾਂ ਮੈਨੂੰ ਜਾਪਦਾ। ਹਰਭਜਨ ਸਿੰਘ ਭੱਜੀ ਦੀ ਸਿਫਤ ਦੇ ਵਿੱਚ ਮੈਂ ਇੱਕ ਦੋ ਗੱਲਾਂ ਕਰਨੀ ਚਾਹੁੰਦਾ। ਹਾਲਾਂਕਿ ਉਹਨਾਂ ਦੇ ਅਗੇਂਸਟ ਵੀ ਹੋਣਗੀਆਂ ਕੁਝ। ਖੇਡ ਜੀਵਨ, ਕਿਉਂਕਿ ਜਿਹੜਾ ਖੇਡ ਜੀਵਨ ਹੁੰਦਾ ਹੈ ਸਵਲੀਨ, ਇਹ ਯੰਗ ਏਜ ਤੋਂ ਸ਼ੁਰੂ ਹੁੰਦਾ ਅਤੇ ਹਰਭਜਨ ਸਿੰਘ ਤੇ 20 ਸਾਲ ਤੋਂ ਘੱਟ ਉਮਰ ਦੇ ਸੀ ਜਦੋਂ ਦੇ ਉਹ ਖੇਡ ਰਹੇ ਨੇ। ਸੋ ਯੂਥ ਦੇ ਵਿੱਚ ਗਲਤੀਆਂ ਖਾਮੀਆਂ ਵੀ ਰਹਿ ਜਾਂਦੀਆਂ ਨੇ, ਪਰ ਉਹਨਾਂ ਨੇ ਆਪਣੇ ਆਪ ਨੂੰ ਜਿਸ ਤਰ੍ਹਾਂ ਸਥਾਪਿਤ ਕੀਤਾ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਤੇ ਭਾਰਤ ਦੇ ਵਿੱਚ ਜੋ ਹਾਈਐਸਟ ਵਿਕਟ ਟੇਕਰ ਜਿਹੜੇ ਨੇ ਸਾਰੇ ਫਾਰਮੈਟਸ ਦੇ ਵਿੱਚੋਂ ਅਨਿਲ ਕੁੰਬਲੇ ਨੇ ਤੇ ਉਸ ਤੋਂ ਬਾਅਦ ਉਹ ਨੇ। ਹੁਣ ਗੱਲ ਇਹ ਹੈ ਕਿ ਹਰਭਜਨ ਸਿੰਘ ਨੇ ਉਸ ਸਮੇਂ 'ਤੇ ਕ੍ਰਿਕਟ ਖੇਡੀ ਹੈ ਜਦੋਂ ਕ੍ਰਿਕਟ ਨੇ ਬਹੁਤ ਵੱਡੇ ਇਲਜ਼ਾਮਾਂ ਦਾ ਸਾਹਮਣਾ ਕੀਤਾ ਮੈਚ ਫਿਕਸਿੰਗ ਦਾ, ਤੇ ਬੜੇ ਵੱਡੇ ਦਿੱਗਜ ਸਾਬਕਾ ਕਪਤਾਨ ਤੇ ਹੋਰ ਕੋਈ ਖਿਡਾਰੀ ਇਸ ਤੋਂ ਬਚ ਨਹੀਂ ਸਕੇ। IPL ਆ ਗਿਆ, ਨਿਰੀ ਪੈਸੇ ਦੀ ਖੇਡ, ਤੇ ਹਰਭਜਨ ਸਿੰਘ ਇਸ ਦੇ ਵੀ ਬਿਲਕੁਲ ਸੈਂਟਰ 'ਚ ਰਹੇ। ਮੁੰਬਈ ਇੰਡੀਅਨਸ ਦੇ ਵਿੱਚ ਉਹ ਖੇਡਦੇ ਸਨ, ਬਾਅਦ ਵਿੱਚ ਚੇਨਈ 'ਚ ਆ ਗਏ। ਹਰਭਜਨ ਸਿੰਘ ਦੇ ਨਾਲ ਦੇ ਸਾਥੀ ਵੀ ਕਈ ਤੇ ਹੋਰ ਕਈ ਟੀਮਾਂ ਦੇ ਮੈਂਬਰ ਵੀ ਇੱਥੇ ਵੀ ਸਪੌਟ ਫਿਕਸਿੰਗ ਜਾਂ ਦੜੇ ਸੱਟੇ ਦੇ ਵਿੱਚ ਫੜੇ ਗਏ। ਪਰ ਹਰਭਜਨ ਸਿੰਘ ਇਹਨਾਂ ਸਾਰੀਆਂ ਗੱਲਾਂ ਤੋਂ ਨਿਰਲੇਪ ਰਹੇ ਤੇ ਕਿਸੇ ਦੀ ਜ਼ਰੂਰਤ ਨਹੀਂ ਪਈ ਕਿ ਅੱਜ ਤੱਕ ਉਸ ਵੱਲ ਇਸ ਤਰ੍ਹਾਂ ਉਂਗਲੀ ਕਰ ਸਕੇ। ਇੱਥੋਂ ਕੁਝ ਸਾਬਤ ਗੱਲਾਂ ਹੁੰਦੀਆਂ ਨੇ ਕਿ ਬੰਦੇ ਨੇ ਆਪਣਾ ਵਿਹਾਰ, ਆਪਣਾ ਚਾਲ ਚੱਲਣ ਕਿਸ ਤਰ੍ਹਾਂ ਦਾ ਬਣਾ ਕੇ ਰੱਖਿਆ। ਠੀਕ ਹੈ, ਸਰਮਾਏਦਾਰ ਹੋਣਗੇ ਔਰ ਬੜੀ ਸ਼ਾਨੋ ਸ਼ੌਕਤ ਨਾਲ ਉਹਨਾਂ ਦਾ ਵਿਆਹ ਵੀ ਹੋਇਆ ਸੀ ਤੇ ਖਬਰਾਂ ਵਿੱਚ ਰਹਿੰਦੇ ਨੇ, ਚਰਚਾ ਵਿੱਚ ਰਹਿੰਦੇ ਨੇ, ਦਿਲ ਵਿੱਚ ਦਰਦ ਵੀ ਰੱਖਦੇ ਨੇ ਪੰਜਾਬ ਦਾ। ਮੈਨੂੰ ਇਸ ਤਰ੍ਹਾਂ ਜਾਪਦਾ ਜਦੋਂ ਰਾਜ ਸਭਾ ਦੀ ਮੈਂਬਰੀ ਵਾਸਤੇ ਚੁਣੇ ਗਏ ਤਾਂ ਮੈਨੂੰ ਲੱਗਾ ਕਿ ਸ਼ਾਇਦ ਉਹ ਕੋਈ ਮੈਚੁਰ ਫੈਸਲਾ ਨਹੀਂ ਹੈ ਆਮ ਆਦਮੀ ਪਾਰਟੀ ਦਾ, ਪਰ ਹਰਭਜਨ ਸਿੰਘ ਨੇ ਬਿਨਾਂ ਕਿਸੇ ਦਬਾਅ ਤੋਂ ਇਹ ਪਹਿਲ ਕਦਮੀ ਕੀਤੀ ਹੈ ਔਰ ਇਹ ਉਹਨਾਂ ਨੇ ਕਿਸਾਨਾਂ ਦੀਆਂ ਧੀਆਂ ਵਾਸਤੇ ਥੋੜ੍ਹਾ ਜਿਹਾ ਵੇਖ ਲੱਗਦਾ ਕਿ ਕਿਹੜੇ ਕਿਸਾਨਾਂ ਦੀਆਂ ਧੀਆਂ ਵਾਸਤੇ ਕਿੰਨਾ ਕੁ ਕਿਵੇਂ ਕਰਨਗੇ।
ਇਹਦੇ ਨਾਲੋਂ ਬਿਹਤਰ ਇਹ ਹੁੰਦਾ ਕਿ ਸ਼ਾਇਦ ਕੋਈ ਉਹ ਫੰਡ ਟਾਈਪ ਉਹ ਕਾਇਮ ਕਰਦੇ ਤੇ ਸਾਰੇ ਪਾਸਿਓਂ ਜਿਹੜਾ ਓਵਰਆਲ ਇਸ ਨਾਲ ਆਪਣੀ ਉਹਨਾਂ ਦੀ ਤਨਖਾਹ ਜਿਹੜੀ ਹੈ ਕਿੰਨੀ ਕੁ ਹੋਵੇਗੀ ਰਾਜ ਸਭਾ ਦੇ ਮੈਂਬਰ ਵਜੋਂ ਤੇ ਕਿੰਨੇ ਕੁ ਦੀ ਮਦਦ ਕਰ ਸਕਣਗੇ, ਇਹ ਸ਼ਾਇਦ ਉਹ ਬਿਹਤਰ ਦੱਸ ਸਕਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਅਜੇ ਇਸ ਗੱਲ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ, ਪਰ ਹਰਭਜਨ ਸਿੰਘ ਦਾ ਸਵਾਗਤਯੋਗ ਫੈਸਲਾ ਹੈ। ਬਾਕੀਆਂ ਨੂੰ ਵੀ ਕੁਝ ਅਕਲ ਸਿੱਖਣੀ ਚਾਹੀਦੀ ਹੈ। ਹਰਭਜਨ ਸਿੰਘ ਯੰਗ ਵੀ ਨੇ ਅਜੇ ਬਾਕੀਆਂ ਦੇ ਮੁਕਾਬਲੇ, ਤੇ ਰਾਜ ਸਭਾ ਦੇ ਵਿੱਚ ਹੋਰ ਬਹੁਤ ਵੱਡੇ ਵੱਡੇ ਵਪਾਰੀ ਧਨਾੜ ਤੇ ਬੜੇ ਸਰਮਾਏਦਾਰ ਲੋਕ ਬੈਠੇ ਹੋਏ ਨੇ। ਹਰਭਜਨ ਸਿੰਘ ਉਨੇ ਸਰਮਾਏਦਾਰ ਨਹੀਂ ਉਹਨਾਂ ਦੇ ਮੁਕਾਬਲੇ, ਪਰ ਫਿਰ ਵੀ ਫੈਸਲਾ ਬਹੁਤ ਸੋਹਣਾ ਹੈ। ਅਸੀਂ ਸਵਾਗਤ ਕਰਦੇ ਹਾਂ ਆਪਣੇ ਤੌਰ ਤੇ। ਹਰਭਜਨ ਸਿੰਘ ਤੋਂ ਉਮੀਦ ਇਹ ਵੀ ਹੈ ਕਿ ਜਿੰਨੀ ਬੇਬਾਕੀ ਨਾਲ ਉਹਨਾਂ ਨੇ ਕ੍ਰਿਕਟ ਖੇਡੀ ਹੈ ਔਰ ਚੰਗੀਆਂ ਚੰਗੀਆਂ ਟੀਮਾਂ ਦੇ ਖਿਲਾਫ ਪਰਫਾਰਮੈਂਸ ਦਿੰਦੀ, ਤੇ ਉਹਨਾਂ ਟੀਮਾਂ ਦੇ ਖਿਲਾਫ ਜਿਨ੍ਹਾਂ ਨੂੰ ਬੁਲਾਉਣ ਤੋਂ, ਜਿਨ੍ਹਾਂ ਦੇ ਖਿਲਾਫ ਖੇਡਣ ਤੋਂ ਦੁਨੀਆ ਡਰਦੀ ਹੁੰਦੀ ਸੀ, ਤੇ ਹਰਭਜਨ ਸਿੰਘ ਸਾਹਮਣੇ ਹਿੱਕ ਤਾਣ ਕੇ ਖਲੋਏ ਨੇ। ਪੰਜਾਬ ਦੇ ਮਸਲਿਆਂ ਦੀ ਗੱਲ ਜ਼ਰੂਰ ਕਰਨਗੇ ਰਾਜ ਸਭਾ ਦੇ ਵਿੱਚ, ਉਮੀਦ ਲਾਈ ਬੈਠੇ ਆ। ਉਹਨਾਂ ਨੇ ਰਾਜ ਸਭਾ ਦੇ ਵਿੱਚ ਜਿਹੜੀ ਉਹਨਾਂ ਦੀ ਕਾਰਵਾਈ ਅਗਲੇ 6-7 ਸਾਲਾਂ ਦੇ ਵਿੱਚ ਹੋਵੇਗੀ, ਉਹ 'ਚ ਕੀ ਯੋਗਦਾਨ ਪਾਉਣਗੇ, ਚੰਗੀਆਂ ਉਮੀਦਾਂ ਨੇ। ਖੈਰ ਮੈਂ ਕਾਫੀ ਹੋਪਫੁਲ ਹਾਂ ਉਹਨਾਂ ਦੇ ਇਸ ਐਲਾਨ ਤੋਂ ਬਾਅਦ, ਤੇ ਚੰਗੀ ਗੱਲ ਹੈ ਜੀ। ਲੈਟਸ ਹੋਪ ਫॉर ਦਾ ਬੈਸਟ। ਇਸ ਤੋਂ ਪਹਿਲਾਂ ਕਿ ਮੈਂ ਬੀਬੀ ਸੋਨੀਆ ਗਾਂਧੀ ਦੀ ਡਿੱਗੀ ਢੱਠੀ ਕਾਂਗਰਸ ਦੀ ਗੱਲ ਕਰਾਂ, ਮੈਂ ਥੋੜ੍ਹੇ ਜਿਹੇ ਲਫ਼ਜ਼ਾਂ ਦੇ ਵਿੱਚ ਹਿੰਦੀ ਬੋਲੀ ਦੀ ਮਕਬੂਲੀਅਤ ਦੀ ਗੱਲ ਕਰਨਾ ਇੱਥੇ ਚਾਹੁੰਦੀ ਹਾਂ। ਕੁਲਦੀਪ ਜੀ, ਸਕੂਲਾਂ 'ਚ ਹਿੰਦੀ, ਕਾਲਜਾਂ 'ਚ ਹਿੰਦੀ, ਇੱਧਰ ਹਿੰਦੀ ਉੱਧਰ ਹਿੰਦੀ, ਕਿਤੇ ਹਿੰਦੀ ਬਾਕੀ ਬੋਲੀਆਂ ਨੂੰ ਖਾ ਹੀ ਨਾ ਜਾਵੇ। ਦੇਖੋ, ਬੋਲੀ ਨੇ ਕਦੀ ਨਹੀਂ ਖਾਣਾ, ਇਹ ਸਾਡੀਆਂ ਨੀਤੀਆਂ ਨੇ ਖਾਣਾ। ਸਰਕਾਰ ਦੇ ਵੱਲੋਂ ਕਿੰਨੀ ਵਾਰੀ ਐਲਾਨ ਹੋਇਆ ਕਿ ਪੰਜਾਬ ਵਿੱਚ ਪੰਜਾਬੀ ਲਾਗੂ ਕਰ ਦਿਓ। ਅੱਛਾ, ਮੈਂ ਕਈ ਵਾਰੀ ਕਿਸ ਜਗ੍ਹਾ 'ਤੇ ਦੇਖਦਾ, ਤੇ ਇੱਕ ਜਗ੍ਹਾ 'ਤੇ ਮੈਂ ਆਪਣੇ ਸਾਈਨ ਕੀਤੇ, ਤੇ ਉਹ ਬੰਦਾ ਮੈਨੂੰ ਕਹਿੰਦਾ ਜੀ ਪੰਜਾਬੀ ਸਾਈਨ ਕਰੋ। ਮੈਂ ਉਹਨੂੰ ਕਿਹਾ ਜੀ, ਮੈਂ ਕਿਹਾ ਤੂੰ ਮੇਰੇ ਨਾਲ ਪੰਜਾਬੀ ਬੋਲ ਕੇ ਦੇਖਣੀ ਹੈ ਜਾਂ ਲਿਖ ਕੇ ਵੇਖਣੀ ਹੈ, ਪੜ੍ਹ ਕੇ ਵੇਖਣੀ ਹੈ? ਇਹ ਸਾਈਨ ਕਰਨ ਵਾਲਾ ਕੀ ਮਸਲਾ ਹੈ? ਇਹ ਤਾਂ ਡਰਾਮੇਬਾਜ਼ੀਆਂ ਨੇ। ਇੱਥੇ ਪੰਜਾਬ ਦੇ ਵਿੱਚ ਹਾਲਤ ਇਹ ਹੋ ਗਈ ਕਿ ਗੌਰਮੈਂਟ ਸਕੂਲਾਂ ਦੇ ਨਾਂ 'ਤੇ ਜੋ ਸਬਜੈਕਟ ਦੇ ਤੌਰ 'ਤੇ ਜੋ ਪੜ੍ਹਾਈ ਜਾਂਦੀ ਪੰਜਾਬੀ, ਇਹ ਪ੍ਰੋਗਰਾਮ 'ਚ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਉਹ ਸਿਰਫ ਨਾ ਮਾਤਰ ਹੈ। ਪੰਜਾਬੀ ਨੂੰ ਅਸਲ ਵਿੱਚ ਪੜ੍ਹਨ ਵਾਲਾ ਇਸ ਵੇਲੇ ਬਹੁਤ ਘੱਟ ਰਹਿ ਗਏ ਨੇ, ਔਰ ਪੇਂਡੂ ਖੇਤਰਾਂ ਵਿੱਚ ਅਜੇ ਕੁਝ ਮੌਜੂਦ ਨੇ, ਸ਼ਹਿਰਾਂ ਵਿੱਚ ਵੀ ਹੋਣਗੇ ਪਰ ਘੱਟ ਨੇ। ਪਰ ਪੰਜਾਬੀ ਤੇ ਹੋਰਨਾਂ ਬੋਲੀਆਂ ਨੂੰ ਇੱਕ ਖਤਰਾ ਹੁਣ ਭਾਜਪਾ ਸਰਕਾਰ ਦੀਆਂ ਕੁਝ ਨੀਤੀਆਂ ਨਾਲ ਹੈ। ਪਰ ਯਕੀਨ ਕਰੋ, ਇਸ ਲੜਾਈ ਦੇ ਵਿੱਚ ਇਕੱਲੇ ਪੰਜਾਬੀ ਨਹੀਂ, ਹੋਰ ਵੀ ਕਈ ਬੋਲੀਆਂ ਸ਼ਾਮਲ ਹੋਣਗੀਆਂ। ਪੰਜਾਬੀ ਅਜੇ ਵੀ ਅਮੀਰ ਹੈ। ਪਾਕਿਸਤਾਨ ਦੇ ਵਿੱਚ ਵੀ ਬੁਰੀ ਤਰ੍ਹਾਂ ਵਧੋਲਿਆ ਗਿਆ ਪੰਜਾਬੀ ਨੂੰ। ਮੈਂ ਨਾਮ ਤਾਂ ਨਹੀਂ ਲਵਾਂਗਾ, ਪੰਜਾਬੀ ਦੇ ਜਾਣੇ ਪਛਾਣੇ ਸ਼ਾਇਰ ਨੇ, ਉਹਨਾਂ ਦੀ ਮੈਂ ਇੰਟਰਵਿਊ ਸੁਣ ਕੇ ਹੈਰਾਨ ਰਹਿ ਗਿਆ, ਦੰਗ ਰਹਿ ਗਿਆ। ਉਹ ਕਹਿੰਦੇ ਕਿ ਮੈਂ ਠੀਕ ਹੈ, ਮੈਂ ਲਿਖਦਾ ਪੰਜਾਬੀ 'ਚ, ਸਾਰੀ ਜ਼ਿੰਦਗੀ ਪੰਜਾਬੀ ਦੀ ਵਾਹਵਾ ਖੱਟੀ ਹੈ, ਪੰਜਾਬੀ ਵਿੱਚ ਲਿਖਿਆ, ਪੜ੍ਹਿਆ, ਸਭ ਕੁਛ ਕੀਤਾ ਹੈ, ਤੇ ਦੁਨੀਆ ਘੁੰਮੀ ਹੈ, ਤੇ ਸਭ ਕੁਛ ਅਰਨ ਕੀਤਾ ਇਸ ਦੇ ਵਿੱਚੋਂ। ਤੇ ਪਰ ਸਾਡੇ ਸਾਰੇ ਬੱਚੇ ਜਿਹੜੇ ਨੇ ਘਰ ਵਿੱਚ ਅਸੀਂ ਉਰਦੂ ਬੋਲਦੇ ਹਾਂ, ਸਾਡੀ ਕੌਮੀ ਜ਼ੁਬਾਨ ਹੈ। ਸੋ ਉੱਥੇ ਵੀ ਮੈਂ ਇੱਕ ਮਾਹਿਰ ਦੇ ਨਾਲ ਵੀ ਮੇਰੀ ਗੱਲ ਹੋਈ ਸੀ ਇੱਕ ਵਾਰ ਇੰਟਰਵਿਊ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਦੇਖੋ, ਜਿਵੇਂ ਤੁਸੀਂ ਪੰਜਾਬੀ ਬੋਲੀ ਦੇ ਨਾਂ 'ਤੇ ਕੋਈ ਯੂਨੀਵਰਸਿਟੀ ਬਣਾ ਲਈ, ਤੇ ਪਹਿਲੀ ਯੂਨੀਵਰਸਿਟੀ ਵਿਸ਼ਵ ਦੀ ਦੱਸੀ ਜਾਂਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੋ ਬੋਲੀ 'ਤੇ ਆਧਾਰਿਤ ਹੈ, ਤੇ ਪਰ ਕਹਿੰਦੇ ਕਿ ਤੁਸੀਂ ਇੰਪਰੂਵ ਵੀ ਕੀਤਾ ਹੈ, ਕੁਝ ਨਵੇਂ ਲਫ਼ਜ਼ ਲਿਆਂਦੇ ਨੇ, ਕੋਈ ਲਗਾ ਮਾਤਰਾ, ਹੋਰ ਸਾਰੀਆਂ ਚੀਜ਼ਾਂ ਜੋੜ ਲਈਆਂ ਨੇ। ਇੰਪਰੂਵਮੈਂਟ ਸ਼ਾਹਮੁਖੀ ਦੇ ਵਿੱਚ ਥੋੜ੍ਹੀ ਘੱਟ ਹੋਈ ਹੈ। ਹਾਂ, ਗੱਲਬਾਤ ਅਜੇ ਵੀ ਸਾਡੀ ਜਿਹੜੀ ਹੈ ਉਹ ਸਾਡੇ ਪੇਂਡੂ ਭਾਈਚਾਰੇ ਦੇ ਸ਼ਹਿਰਾਂ ਦੀ, ਅਸੀਂ ਪੰਜਾਬੀ ਤੋਂ ਮੁਨਕਰ ਹੁੰਦੇ ਜਾ ਰਹੇ। ਇਕੱਲੀ ਪੰਜਾਬੀ ਦੇ ਨਹੀਂ, ਦੂਸਰੀਆਂ ਸਟੇਟਾਂ, ਬੰਗਾਲੀ ਹੈ, ਤਾਮਿਲ ਹੈ, ਕੰਨੜ ਹੈ, ਪਤਾ ਨਹੀਂ ਹੋਰ ਕਿੰਨੀਆਂ, ਤੇਲਗੂ ਹੈ, ਸਾਰੇ ਮਰਾਠੇ ਨੇ, ਸਾਰੇ ਆਪੋ ਆਪਣੇ ਥਾਂ 'ਤੇ ਝੰਡੇ ਗੱਡ ਕੇ ਖਲੋਏ ਨੇ, ਔਰ ਖਲੋਣਾ ਵੀ ਚਾਹੀਦਾ ਆਪਣੀ ਮਾਂ ਬੋਲੀ ਲਈ। ਔਰ ਦੁਨੀਆ ਦੇ ਵਿੱਚ ਕਿ ਜਦੋਂ ਦੱਸਿਆ ਜਾਂਦਾ ਹੈ ਕਿ ਰੋਜ਼ ਦੀ ਇੱਕ ਬੋਲੀ ਜਿਹੜੀ ਆ ਉਹ ਛੋਟੀਆਂ ਬੋਲੀਆਂ ਖਤਮ ਹੋ ਰਹੀਆਂ ਨੇ। ਖੈਰ, ਅਜੇ ਕੋਈ ਖਤਰਾ ਨਹੀਂ ਪੰਜਾਬੀ ਨੂੰ, ਪਰ ਥੋੜ੍ਹਾ ਜਿਹਾ ਸਾਨੂੰ ਸਮਝਣ ਦੀ ਜ਼ਰੂਰਤ ਹੈ ਜੀ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਰਿਹਾਇਸ਼ ਤੇ ਸੀਨੀਅਰ ਕਾਂਗਰਸੀ ਨੇਤਾ ਛੱਡੇ, ਸਿਰ ਜੋੜੇ, ਕਈ ਗੱਲਾਂ ਬਾਤਾਂ ਕੀਤੀਆਂ, ਤੇ ਉਹਨਾਂ ਦੇ ਵਿੱਚ ਨੀਤੀ ਘੜਾ ਪ੍ਰਸ਼ਾਂਤ ਕਿਸ਼ੋਰ ਵੀ ਸੀ, ਜਿਨ੍ਹਾਂ ਬਾਰੇ ਅਕਸਰ ਗੱਲਾਂ ਪਹਿਲਾਂ ਵੀ ਆਉਂਦੀਆਂ ਸੀ ਕਿ ਇਹਨਾਂ ਨੇ ਕਾਂਗਰਸ 'ਚ ਸ਼ਾਮਲ ਹੋ ਜਾਣਾ, ਤੇ ਹੁਣ ਫਿਰ ਉਹਨਾਂ ਖਬਰਾਂ ਨੇ ਤੂਲ ਫੜਿਆ ਵੀ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ 'ਚ ਚੱਲ ਜਾਣਾ। ਕੀ ਤੁਹਾਨੂੰ ਲੱਗਦਾ ਹੈ ਕਿ ਸੱਚੀ ਉਹ ਕਾਂਗਰਸ ਵੱਲ ਰੁਖ ਕਰਨਗੇ? ਜੇ ਦੋ ਲਫ਼ਜ਼ਾਂ ਦੇ ਵਿੱਚ ਤੁਸੀਂ ਮੇਰਾ ਜਵਾਬ ਲੈਣਾ ਹੋਵੇ, ਤੇ ਮੈਨੂੰ ਨਹੀਂ ਲੱਗਦਾ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਵਿੱਚ ਸ਼ਾਮਲ ਹੋਣਗੇ। ਆਪ ਖੁਦ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਨੂੰ ਸਲਾਹ ਦੇ ਸਕਦੇ ਨੇ, ਤੇ ਜੇ ਉਹਨਾਂ ਦੇ ਪਿਛਲੀਆਂ ਗੱਲਾਂ ਦੇ ਆਧਾਰਿਤ ਮੈਂ ਗੱਲ ਕਹਿ ਰਿਹਾ, ਬਾਕੀ ਪਤਾ ਕੁਝ ਨਹੀਂ ਹੁੰਦਾ ਰਾਜਨੀਤੀ ਵਿੱਚ। ਪ੍ਰਸ਼ਾਂਤ ਕਿਸ਼ੋਰ ਜਿਹੜੀ ਗੱਲ ਕਰਦੇ ਨੇ, ਉਹ ਸਪਸ਼ਟ ਤੌਰ 'ਤੇ ਰਾਹੁਲ ਗਾਂਧੀ ਤੇ ਸੋਨੀਆ ਦੀਆਂ ਨੀਤੀਆਂ ਤੋਂ ਨਾਖੁਸ਼ ਨੇ। ਤੇ ਜਦੋਂ ਕਾਂਗਰਸ ਦੇ ਉਭਾਰ ਦੀ ਉਹ ਗੱਲ ਕਰਦੇ ਨੇ, ਤੇ ਫਿਰ ਉਹ ਕਹਿੰਦੇ ਨੇ ਕਿ ਕਾਂਗਰਸ ਨੂੰ ਇਹ ਗੱਲ ਸਮਝਣੀ ਪਏਗੀ ਕਿ ਭਾਜਪਾ ਅੱਗੇ ਪਿਛਲੀਆਂ ਪਾਰਟੀਆਂ ਵਾਂਗ ਨਹੀਂ ਹੈ ਕਿ ਜਨਤਾ ਦਲ ਵਾਂਗ ਆ ਗਈ ਤੇ ਚਲ ਗਈ, ਹੋਰ ਕੋਈ ਪਾਰਟੀ ਆ ਗਈ ਤੇ ਚਲ ਗਈ। ਭਾਜਪਾ ਇੱਥੇ ਰਹੇਗੀ। ਨਰਿੰਦਰ ਮੋਦੀ ਭਾਵੇਂ ਰਹਿਣ ਨਾ ਰਹਿਣ ਪ੍ਰਧਾਨ ਮੰਤਰੀ, ਕੋਈ ਹੋਰ ਆ ਜਾਵੇਗਾ, ਪਰ ਤੁਹਾਨੂੰ ਜਿਹੜਾ ਲੱਗਦਾ ਨੇ ਕਿ 5-10 ਸਾਲ ਰਾਜ ਕਰਕੇ ਭਾਜਪਾ ਖਤਮ ਹੋ ਜਾਵੇਗੀ, ਇਹ ਹੁਣ ਜਾਣ ਵਾਲੇ ਨਹੀਂ। ਇਹ ਘੱਟੋ ਘੱਟ 35-40 ਸਾਲ
ਜਿਹੜੇ ਹਨ ਮੁੱਖ ਧਾਰਾ ਦੇ ਵਿੱਚ ਭਾਰਤ ਦੇ ਵਿੱਚ ਰਹਿਣਗੇ ਤੇ ਤੁਸੀਂ ਇਸ ਗੱਲ ਨਾਲ ਨਜਿੱਠਣ ਲਈ ਤਿਆਰ ਰਹੋ। ਹੁਣ ਜਦੋਂ ਕਾਂਗਰਸ ਨੂੰ ਇਹ ਗੱਲ ਕਹਿੰਦੇ ਨੇ ਤੇ ਫਿਰ ਨਾਲ ਇਹ ਕਹਿੰਦੇ ਨੇ ਕਿ ਤੀਜਾ ਫਰੰਟ ਜਦੋਂ ਸ਼ਰਦ ਪਵਾਰ ਨੇ ਜਾਂ ਹੋਰ ਲੋਕਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਮੀਟਿੰਗਾਂ ਹੋਈਆਂ ਲੰਬੀਆਂ ਚੌੜੀਆਂ, ਉਹ ਕਹਿੰਦੇ ਭਾਈ ਇਹ ਤੁਸੀਂ ਅਜੇ ਇਸ ਖਿਆਲ ਨੂੰ ਦਿਲੋਂ ਕੱਢ ਦਿਓ, ਇੰਨੀ ਛੇਤੀ ਤੀਜੇ ਫਰੰਟ ਨੇ ਕੁਝ ਨਹੀਂ ਕਰਨਾ, ਇਹ ਅਸੀਂ ਲੋਕਾਂ ਨੂੰ ਭੁਲੇਖਾ ਜਾ ਪਾ ਰਹੇ ਹਾਂ। ਰਾਹੁਲ ਗਾਂਧੀ ਦੇ ਖਿਲਾਫ ਤੇ ਸੋਨੀਆ ਦੇ ਖਿਲਾਫ ਉਹ ਡਟ ਕੇ ਬੋਲਦੇ ਰਹੇ ਨੇ। ਖਿਲਾਫ ਇਨ ਦਾ ਸੈਂਸ ਆ ਕਿ ਉਹਨਾਂ ਨੂੰ ਇੱਕ ਕਿਸਮ ਦਾ ਇਹ ਕਹਿੰਦੇ ਰਹੇ ਨੇ ਕਿ ਭਾਈ ਤੁਸੀਂ ਇਸ ਕਾਬਲ ਨਹੀਂ ਕਿ ਕਾਂਗਰਸ ਨੂੰ ਦੁਬਾਰਾ ਰਿਵਾਈਵ ਕਰ ਸਕੋ। ਤੇ ਜਦੋਂ ਲਖੀਮਪੁਰ ਖੀਰੀ ਕਾਂਡ ਤੋਂ ਬਾਅਦ ਯੂਪੀ ਦੇ ਵਿੱਚ ਬੀਬੀ ਪ੍ਰਿਯੰਕਾ ਨੇ ਥੋੜ੍ਹੇ ਜਿਹੇ ਪੈਰ ਪਸਾਰਨੇ ਸ਼ੁਰੂ ਕੀਤੇ ਤੇ ਉਹਨਾਂ ਨੂੰ ਉੱਥੇ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ ਲੋਕ ਬੜੇ ਖੁਸ਼ ਹੋਏ ਕਾਂਗਰਸੀ ਕਿ ਦੇਖੋ ਪ੍ਰਿਯੰਕਾ ਗਾਂਧੀ ਬੜੀ ਤੇਜ਼ੀ ਨਾਲ ਅੱਗੇ ਚੱਲ ਰਹੀ ਹੈ। ਤੇ ਪ੍ਰਸ਼ਾਂਤ ਕਿਸ਼ੋਰ ਨੇ ਉਦੋਂ ਵੀ ਉਹਨਾਂ ਨੂੰ ਝਾੜ ਦਿੱਤਾ ਸੀ, ਖੁਸ਼ ਹੋਣ ਦੀ ਬਹੁਤੀ ਲੋੜ ਨਹੀਂ ਹੈ। ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਜਿੱਤਣਾ ਤੇ ਛੱਡ ਦਿਓ ਇੱਕ ਪਾਸੇ, ਯੂਪੀ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਵੀ ਪ੍ਰਿਯੰਕਾ ਜਾਂ ਕਾਂਗਰਸ ਕੁਝ ਨਹੀਂ ਕਰ ਸਕੇਗੀ ਤੇ ਪ੍ਰਸ਼ਾਂਤ ਕਿਸ਼ੋਰ ਦੀ ਇਹ ਗੱਲ ਬਿਲਕੁਲ ਸਹੀ ਸਾਬਤ ਹੋਈ ਹੈ ਕਿ ਇਹ ਜਿਹੜੀ ਰਣਨੀਤੀ ਜੋ ਮੀਟਿੰਗ ਹੋਈ ਹੈ ਜਿਸ ਵਿੱਚ ਮੱਲਿਕਾਰਜੁਨ ਖੜਗੇ, ਏ.ਕੇ. ਐਂਟਨੀ ਤੇ ਸੁਨੀਲ ਜਾਖੜ ਜੀ ਦੀ ਬਹੁਤ ਫੇਵਰੇਟ ਬੀਬੀ ਅੰਬਿਕਾ ਸੋਨੀ ਤੇ ਇਹ ਸਾਰੇ ਉੱਥੇ ਸ਼ਾਮਲ ਹੋਏ ਨੇ ਵੱਡੇ ਵੱਡੇ ਆਗੂ। ਉਸ ਮੀਟਿੰਗ ਦੇ ਵਿੱਚ ਕੀ ਪ੍ਰਸ਼ਾਂਤ ਕਿਸ਼ੋਰ ਨੇ ਇਹਨਾਂ ਨੂੰ ਕੋਈ ਸਕੀਮਾਂ ਦੱਸੀਆਂ ਨੇ ਕਿ ਹਿਮਾਚਲ ਪ੍ਰਦੇਸ਼ ਵਿੱਚ ਕਿਵੇਂ ਇਲੈਕਸ਼ਨ ਲੜਨੀ ਹੈ ਤੇ ਗੁਜਰਾਤ 'ਚ ਕਿਵੇਂ ਲੜਨੀ ਹੈ। ਗੁਜਰਾਤ ਵਿੱਚ ਪਿਛਲੀ ਵਾਰੀ ਕੋਈ ਬਹੁਤੀ ਮਾੜੀ ਹਾਲਤ ਨਹੀਂ ਸੀ ਕਾਂਗਰਸ ਦੀ। ਪਿਛਲੇ ਸਾਲ ਜਦੋਂ ਨਰਿੰਦਰ ਮੋਦੀ ਆਏ ਨੇ ਉਹ ਗੁਜਰਾਤ ਛੱਡ ਕੇ ਉਹਦੇ ਨਾਲੋਂ ਥੋੜ੍ਹਾ ਜਿਹਾ ਬੈਟਰ ਹੋਏ ਨੇ ਤੇ ਥੋੜ੍ਹੇ ਜਿਹੇ ਪੈਰ ਜੰਮੇ ਸਨ, ਪਰ ਕੀ ਵਿਨਿੰਗ ਸਥਿਤੀ ਦੇ ਵਿੱਚ ਹੋ ਸਕਦੀ ਹੈ ਇਸ ਗੱਲ ਦਾ ਕੁਝ ਨਹੀਂ ਪਤਾ। ਗੁਜਰਾਤੀਆਂ ਦਾ ਇਸ ਵੇਲੇ ਪੂਰਾ ਜ਼ੋਰ ਹੈ। ਪ੍ਰਸ਼ਾਂਤ ਕਿਸ਼ੋਰ ਕਾਂਗਰਸ ਵਿੱਚ ਮੈਨੂੰ ਨਹੀਂ ਲੱਗਦਾ ਕਿ ਸ਼ਾਮਲ ਹੋਣਗੇ। ਇੱਕ ਬਾਹਰੋਂ ਇੱਕ ਆਊਟਸਾਈਡਰ ਨੀਤੀ ਘਾੜੇ ਵਜੋਂ ਉਹਨਾਂ ਨੂੰ ਸਪੋਰਟ ਦੇ ਸਕਦੇ ਨੇ, ਪਰ ਕੀ ਕੋਈ ਤੀਸਰਾ ਫਰੰਟ ਬਣਾਉਣ ਲਈ ਮੀਟਿੰਗ ਹੋਈ ਸੀ? ਤੇ ਜੇ ਉਹ ਇੰਨੀਆਂ ਖਰੀਆਂ ਜਿਹੜੀਆਂ ਗੱਲਾਂ ਆ ਸੋਨੀਆ, ਰਾਹੁਲ ਤੇ ਪ੍ਰਿਯੰਕਾ ਦੇ ਬਾਰੇ 'ਚ ਕਹਿ ਚੁੱਕੇ ਨੇ ਤੇ ਫਿਰ ਵੀ ਉਹਨਾਂ ਨੂੰ ਸੋਨੀਆ ਗਾਂਧੀ ਆਪਣੇ ਦਰਬਾਰ ਦੇ ਵਿੱਚ ਬੁਲਾ ਕੇ ਉਹਨਾਂ ਤੋਂ ਸਲਾਹ ਪੁੱਛ ਰਹੇ ਆ ਤੇ ਫਿਰ ਕੁਛ ਨਾ ਕੁਛ ਵਜ਼ਨ ਤੇ ਜ਼ਰੂਰ ਹੋਵੇਗਾ। ਪਰ ਵਿਅਕਤੀਗਤ ਤੌਰ ਤੇ ਮੈਂ ਨਹੀਂ ਸਮਝਦਾ ਕਿ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ। ਬਾਕੀ ਕੱਲ ਦਾ ਕੁਝ ਨਹੀਂ ਪਤਾ ਜੀ। ਸਾਡੇ ਮੁਲਕ ਦੀ ਖੋਖਲੀ ਰਾਜਨੀਤੀ ਤੇ ਮਾੜੀਆਂ ਨੀਤੀਆਂ ਤੇ ਜਿੰਨੀਆਂ ਵੀ ਗੱਲਾਂ ਕਰ ਲਓ ਉਨੀਆਂ ਹੀ ਥੋੜ੍ਹੀਆਂ ਨੇ, ਪਰ ਇਸ ਵੇਲੇ ਸਾਡੇ ਪ੍ਰੋਗਰਾਮ ਦਾ ਜਿਹੜਾ ਵੇਲਾ ਉਹ ਖਤਮ ਹੋ ਚੁੱਕਾ ਹੈ। ਕੁਲਦੀਪ ਜੀ, ਤੁਸੀਂ ਸਟੂਡੀਓ 'ਚ ਆਏ, ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਇਸੇ ਵਕਤ ਨਵੀਆਂ ਗੱਲਾਂ ਲੈ ਕੇ ਹਾਜ਼ਰ ਹੋਵਾਂਗੇ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਹੈ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।